अपनी शरण राख प्रभ दाते। गुर प्रसाद किन विरलै जाते। सुनो बिनो प्रभ मेरे मीता। चरण कमल वसै मेरे चीता। नानक एक करै अरदास। विसर नाई पूरन गुणतास। अगम अगोचर सच साहिब मेरा। नानक बोलै बुलाया तेरा। जेता जियो पिंड सब तेरा। तू अंतरजामी पुरख भगवान। दासन दास कहे जन नानक। जिहा तू कराए तिहा करी बख्यान। सतनाम श्री वाहिगुरु साहिब जी। कतक कर्म कमावणे दोष न काहू जोग। परमेसर ते भुलिया व्यापन सभे रोग। कतक कर्म कमावणे दोष न काहू जोग। परमेसर ते भुलिया व्यापन सभे रोग। बेमुख होए राम ते लगन जन्म विजोग। खिन में कोड़े होए गए जितड़े माया भोग। विच न कोई कर सकै किस थै रोवै रोज। कीता किछु न होवै लिखिया धुर संजोग। वडभागी मेरा प्रभ मिलै ता उतरै सब वियोग। नानक को प्रभ राख ले मेरे साहिब बंदी मोच। कतक होवै साध संग बिनसै सबे सोच। नानक को प्रभ राख ले मेरे साहिब बंदी मोच। कतक होवै साध संग बिनसै सबे सोच। वाहिगुरु जी का खालसा वाहिगुरु जी की फतेह। परम सत्कारयोग जुगो जुग अटल चवर छतर तख्त दे मालक। शब्द गुरु धन धन श्री गुरु ग्रंथ साहिब जी महाराज सच्चे पातशाह जी दे पावन चरना कमलों विखे हाजरियां भर रहे गुरु प्यार वाले सतसंगी जनों। गुरु पातशाह जी ने किरपा बख्शिश की है। सतसंगत का अमोलक समा बख्शिश किया है। श्री आसा की वार का कीर्तन आप जी ने सरवण किया है। श्री चौपी साहिब जी के जाप सरवण किए हैं। उपरंत जो कि अज कतक दे महीने का आगास होया है। गुरु अर्जन देव जी महाराज कतक दे महीने द्वारा सानू की उपदेश कर रहे हैं। सतगुरु जी दे पावन अमृतमयी शब्द का पाठ आप जी ने सरवण किया है। गरीब निवाज सच्चे पातशाह जी इस पावन शब्द दे विच जो उपदेश कर रहे हैं कि ऐ मनुख ऐसा नहीं हो सकता कि कर्म तू करें
ਤੇ ਸੋਚੇ ਇਸ ਕੀਤੇ ਹੋਏ ਕਰਮਾਂ ਦਾ ਫਲ ਕਿਸੇ ਹੋਰ ਨੂੰ ਮਿਲ ਜਾਵੇ। ਗੁਰਬਾਣੀ ਦੇ ਵਿੱਚ ਮਹਾਰਾਜ ਥਾਂ ਪਰ ਥਾਂ ਫਰਮਾਨ ਕਰਦੇ ਨੇ, ਸਾਡਾ ਇਹ ਜਿਹੜਾ ਮਨੁੱਖਾ ਤਨ ਹੈ, ਇਹ ਦੇਹੀ ਹੈ, ਇਹ ਕਰਮਾਂ ਦੀ ਖੇਤੀ ਹੈ ਤੇ ਇਸ ਦੇ ਵਿੱਚ ਮਨੁੱਖ ਜਿਸ ਤਰ੍ਹਾਂ ਦੇ ਵੀ ਕਰਮ ਬੀਜਦਾ ਹੈ, ਉਹਦਾ ਫਲ ਇਹਨੂੰ ਹੀ ਭੋਗਣਾ ਪੈਂਦਾ ਹੈ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਵੀ ਕਰਮ ਕਰਨਾ ਹੈ ਤਾਂ ਉਹਦੀ ਵਿਚਾਰ ਕਰ ਲੈਣੀ ਚਾਹੀਦੀ ਹੈ। ਫਿਰ ਪਾਤਸ਼ਾਹ ਜੀ ਇਹ ਵੀ ਫਰਮਾਨ ਕਰਦੇ ਨੇ, ਆਸਾ ਕੀ ਵਾਰ ਦੇ ਅੰਦਰ ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਉਹ ਘਾਲਣਾ, ਉਹ ਕਰਮ ਕਿਉਂ ਕਰਨੇ ਹਨ ਜਿਨ੍ਹਾਂ ਦਾ ਫਲ ਸਾਨੂੰ ਭੋਗਣਾ ਪੈਣਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਕਰਕੇ ਸਹਿਸਕ੍ਰਿਤੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਚੰਗੇ ਕਰਮ ਕਰਕੇ ਮਨੁੱਖ ਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਤੇ ਮਾੜੇ ਕਰਮਾਂ ਤੋਂ ਬਚਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਜੀ ਦੇ ਪਾਵਨ ਵਚਨ ਨੇ, ਜਦੋਂ ਤੇਰੇ ਅੰਦਰ ਬਾਣੀ ਪੜ੍ਹਨ ਦਾ, ਨਾਮ ਜਪਣ ਦਾ, ਸੇਵਾ ਕਰਨ ਦਾ, ਕੋਈ ਚੰਗਾ ਕਰਮ ਕਰਨ ਦਾ ਫੁਰਨਾ ਪੈਦਾ ਹੁੰਦਾ ਹੈ, ਉਦੋਂ ਦੇਰੀ ਨਾ ਕਰਿਆ ਕਰ। ਤੇ ਜਦੋਂ ਤੇਰੇ ਅੰਦਰ ਮਾੜਾ ਫੁਰਨਾ ਪੈਦਾ ਹੁੰਦਾ, ਉਦੋਂ ਜ਼ਰੂਰ ਵਿਚਾਰ ਕਰ ਲਵੀਂ ਜੇ। ਮਹਾਰਾਜ ਜੀ ਦੇ ਪਾਵਨ ਆਪਾਂ ਬਚਨ ਪੜ੍ਹਦੇ ਹਾਂ, ਨੈ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਯੰਤ ਲੋਭੰ। ਸਹਿਸਕ੍ਰਿਤੀ ਦੇ ਵਿੱਚ ਇਹ ਬਚਨ ਨੇ ਗੁਰੂ ਅਰਜਨ ਦੇਵ ਜੀ ਦੇ, ਨੈ ਬਿਲੰਬ ਧਰਮੰ। ਬਿਲੰਬ ਕਹਿੰਦੇ ਨੇ ਦੇਰੀ ਕਰਨ ਨੂੰ। ਮਹਾਰਾਜ ਕਹਿੰਦੇ ਜਦੋਂ ਕੋਈ ਧਰਮ ਦਾ ਫੁਰਨਾ ਪੈਦਾ ਹੋਇਆ, ਕਿਉਂਕਿ ਸਾਡੇ ਜੇ ਆਪਾਂ ਜੀਵਨ ਨੂੰ ਆਪਾਂ ਪੜਚੋਲ ਕਰੀਏ ਨਾ, ਤੇ ਵੇਖੋ ਸਾਡੇ ਅੰਦਰ ਚੰਗੇ ਤੇ ਮਾੜੇ ਫੁਰਨੇ 24 ਘੰਟਿਆਂ ਵਿੱਚ ਪੈਦਾ ਹੁੰਦੇ ਰਹਿੰਦੇ ਨੇ। ਮਨ ਦੇ ਅੰਦਰ, ਮਨ ਦੀ ਇਹ ਅਵਸਥਾ ਹੈ। ਮਨ ਦੇ ਵਿੱਚ ਜਾਂ ਚੰਗਾ ਫੁਰਨਾ ਹੋਵੇਗਾ ਜਾਂ ਮਾੜਾ ਫੁਰਨਾ ਹੋਵੇਗਾ। ਇਹ ਦੋ ਫੁਰਨੇ ਚੱਲਦੇ ਹੀ ਰਹਿੰਦੇ ਨੇ, ਕਦੇ ਚੰਗਾ ਕਦੇ ਮਾੜਾ। ਮਹਾਰਾਜ ਕਹਿੰਦੇ ਜਦੋਂ ਤੇਰੇ ਅੰਦਰ ਚੰਗਾ ਫੁਰਨਾ ਪੈਦਾ ਹੋਵੇ, ਉਸ ਫੁਰਨੇ ਵਾਲੇ ਪਾਸੇ ਤੁਰ ਪਿਆ ਕਰ। ਪਰ ਜਦੋਂ ਕੋਈ ਮਾੜਾ ਫੁਰਨਾ ਪੈਦਾ ਹੁੰਦਾ, ਉਦੋਂ 100 ਵਾਰੀ ਵਿਚਾਰਿਆ ਕਰ। ਨੈ ਬਿਲੰਬ ਧਰਮੰ। ਧਰਮ ਦਾ ਕੰਮ ਕੋਈ ਕਰਨਾ ਹੈ, ਕੋਈ ਭਲੇ ਦਾ ਕਰਮ ਕਰਨਾ ਹੈ, ਵਿਲੰਬ ਨਹੀਂ ਕਰਨਾ, ਦੇਰੀ ਨਹੀਂ ਕਰਨੀ। ਬਿਲੰਬ ਪਾਪੰ। ਪਰ ਕੋਈ ਮਾੜਾ ਫੁਰਨਾ ਪੈਦਾ ਹੋ ਗਿਆ ਹੈ, ਉਹਦੇ ਵਾਸਤੇ 100 ਵਾਰੀ ਦੇਰੀ ਕਰ, ਵਿਚਾਰ ਕਰ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਵੀ ਸਾਨੂੰ ਕਰਮਾਂ ਦੀ ਫਿਲਾਸਫੀ ਸਮਝਾਉਂਦੇ ਨੇ। ਵੈਸੇ ਆਪਾਂ ਗੁਰਬਾਣੀ ਨੂੰ ਜੇ ਪੜਚੋਲ ਕਰੀਏ ਤੇ ਗੁਰਬਾਣੀ ਦੇ ਵਿੱਚ 3 ਤਰ੍ਹਾਂ ਦੇ ਕਰਮ ਦੱਸੇ ਗਏ ਨੇ, ਮਨ ਬਚ ਕਰਮ। ਪ੍ਰਭ ਆਪਣਾ ਧਿਆਈ। ਇੱਕ ਮਨ ਕਰਕੇ ਹੈ, ਇੱਕ ਬਚਨਾ ਕਰਕੇ ਹੈ, ਇੱਕ ਸਰੀਰ ਕਰਕੇ ਹੈ। ਕਰਮ ਜਿਹੜਾ ਨਾ ਉਹ ਇਹਦੇ 3 ਰੂਪ ਨੇ। ਇੱਕ ਮਨ ਕਰਕੇ ਹੈ, ਇੱਕ ਬਚਨਾ ਕਰਕੇ ਹੈ ਔਰ ਇੱਕ ਕਰਮਾਂ ਕਰਕੇ ਹੈ। ਕੋਈ ਵੀ ਆਪਾਂ ਕਰਮ ਕਰਦੇ ਹਾਂ, ਜਿਹੜੇ ਕੰਮ ਦਾ ਫੁਰਨਾ ਸਾਡੇ ਮਨ ਦੇ ਵਿੱਚ ਜਿਸ ਕੰਮ ਦਾ ਤਾਲਮੇਲ ਬੈਠ ਜਾਂਦਾ, ਉਹਦਾ ਫੁਰਨਾ ਚੱਲਦਾ ਹੈ ਤੇ ਉਹ ਫੁਰਨਾ ਉਹੀ ਕੰਮ ਆਪਾਂ ਕਰਦੇ ਹਾਂ। ਦੂਸਰਾ, ਜੇ ਸਾਡੇ ਮਨ ਦੇ ਵਿੱਚ ਉਸ ਕੰਮ ਦਾ ਫੁਰਨਾ ਨਹੀਂ ਹੈ, ਆਪਾਂ ਉਹ ਕਰਮ ਕਰਾਂਗੇ, ਉਹ ਪ੍ਰਵਾਨ ਨਹੀਂ ਮੰਨਿਆ ਗਿਆ।
महाराज दे बचन ने बद्धा चट्टी जो भरे, ना गुण ना उपकार, सेती खुशी सवारी है, नानक कारज सार। कर्म ते कीता है पर मन सहमत नहीं सी, मन नाल नहीं सी, तो महाराज कहंदे बद्धे रुद्धे ने कारज कीता है, ये तो चट्टी भरन वाला काम हो गया, इहदा कोई लाभ नहीं है। दूसरा कर्म है जो आपां शरीर नाल करते हाँ, रसना नाल करते हाँ, बचना नाल करते हाँ, जो आपां अखां नाल वेखते हाँ, रसना नाल बोलते हाँ, कन्नां नाल सुनते हाँ, ते जो आपां कारो विहार करते हाँ। तीसरा ये है कोई भी आपां कारो विहार करते हाँ, किरत विरत करते हाँ। महाराज कहते तेरे तीन तरह का ही कर्म शुद्ध होना चाहिए है। भाई साहब भाई गुरदास जी नूं किसी ने पूछया सी कर्मां दी फिलोसफी बारे कि भाई साहब तुसी गुरमत दे धारणी हो, तुहाडे कोल गुरु दी बाणी है, गुरु दे शब्द दा अभ्यास है, कमाई कीती तुसी नाम दी, ते तुसी दसो भाई गुरदास जी अपनी बाणी दे विच उन्हां ने प्रमाण दिते ने, कहंदे मनुख जो भी कर्म करदा है ना उहदा फल इस नूं प्राप्त हुंदा है, भावें ओह इहने मन करके कीता है जां बचना करके कीता है जां कार विहार करके शरीर करके कीता है। भाई गुरदास जी ने बड़े सोहने प्रमाण अपनी बाणी दे विच दिते ने। वो कहंदे द्रौपदी कपीन मातर दई, जो मुनीसरै ताते सभा मध भयो बसन प्रवाह जी। द्रौपदी ने अपने हथां दे नाल किसी महात्मा नूं कपड़ा दान कीता सी। कोई महात्मा इशनान कर रहा सी, पानी दे तेज वहाव नाल उहदे तेड़ दा कपड़ा वह गया। द्रौपदी अपनियां सहेलियां दे नाल उस दरिया दे कंढे पहुँचदी है। वो महात्मा आवाज़ देंदा है, बच्चियो मैं अपना तन ढकना है, मैनू कोई कपड़ा देवो। होर सारियां इस बच्चियां संकोच कर जांदियां ने, पर ये द्रौपदी अपनी साड़ी का बहुत सारा कपड़ा पाड़ के उस महात्मा नूं देंदी है, उस महात्मा वाल सुटदी है। वो महात्मा अपना तन ढकदा है ते कहंदा है कि ऐ बच्ची जिवें तू मेरी पत ढकी है, परमात्मा तेरी भी पत ढके। द्रौपदी कपीन मातर दई, जो मनीसरै तां ते सभा मध भयो बसन प्रवाह जी। ते द्रौपदी ने देखो जिस समय जूए दे विच पंजे पांडव द्रौपदी नूं हार गए ते दुर्योधन ने हुक्म किया अपने भरा नूं दुशासन नूं, जाओ हुण वो साडी बांदी है, दासी है, असीं जूए विच उहनूं जित लिया है, ते उहनूं वालां तों पकड़ के लिया। भाई गुरदास जी ने यह भी बाणी दे विच अपनी दे विच लिखिया है, अंदर सवै दुशासनी मत्थै वाल द्रौपदी आंधी, दूतां नूं फरमाया नंगी करो पचाली बांधी। सभा लगी हुई, राजे महाराजे बैठे ने, वजीर एहलकार बैठे ने, कहंदे इहनूं बेपत कर देवो। अरदासा करदी है, कोई भी नहीं सुनता। पंजे पति पंजे पांडव सिर नीवा कर लेंदे ने। गुरु द्रोणाचार्य बैठा है, होर बैठे ने भीष्म पितामह वर्गे, कोई भी उपर सिर नहीं चुकता। उस समय हाहा कृष्ण करे विल लांदी, कृष्ण जी नूं याद किया, इहदी पैज रखी गई। घर गई, जदों कृष्ण जी नाल फिर मिलाप होया तो कृष्ण जी नूं कहन लगी मेरे नाल इह की होया कि मेरी इस तरह बेपति हुई, इस तरह मेरा तिरस्कार होया। तां उस समय कृष्ण जी कहन लगे द्रौपदी ये तेरे ही कीते हुए कर्मां दा फल है।
जो तेरी इज्जत रखी गई है, पर्दा रखिया गया, तो जो तेरी बेइज्जती हुई है तेरे ही दो कीते हुए कर्म ने। ਤੇ ਉਹਨੂੰ ਯਾਦ ਕਰਾਇਆ ਜਿਸ ਸਮੇਂ ਹਸਤਨਾਪੁਰ ਦੇ ਵਿੱਚ ਪਾਂਡਵਾਂ ਨੇ ਆਪਣਾ ਰੰਗ ਮਹਿਲ ਬਣਾਇਆ ਆਪਣੇ ਰਹਿਣ ਵਾਸਤੇ ਬੜਾ ਸੋਹਣਾ, ਤੇ ਕਹਿੰਦੇ ਹਨ ਜਿਹੜੀ ਦ੍ਰੋਪਦੀ ਹੈ ਇਹ ਬੜੀ ਚਿੱਤਰਕਲਾ ਦੇ ਵਿੱਚ ਨਿਪੁੰਨ ਸੀ। ਜਿਹੜੇ ਮਹੱਲ ਬਣਾਏ ਨਾ ਉਹਨਾਂ ਦੇ ਵਿੱਚ ਇੱਕ ਤਲਾਬ ਹੀ ਬਣਾਇਆ ਗਿਆ। ਉਸ ਪਾਣੀ ਦੇ ਵਿੱਚ ਤਲਾਬ ਦੇ ਉੱਪਰ ਇਹਨੇ ਪਾਣੀ ਦੇ ਉੱਪਰ ਐਸੀ ਰੰਗੋਲੀ ਕੀਤੀ, ਐਸੇ ਰੰਗ ਬਖੇਰੇ ਕਿ ਐਵੇਂ ਲੱਗੇ ਜਿਵੇਂ ਉਹ ਧਰਤੀ ਹੁੰਦੀ ਹੈ। ਤੇ ਦਰਵਾਜ਼ਿਆਂ 'ਤੇ ਇਸ ਤਰ੍ਹਾਂ ਦੀ ਰੰਗੋਲੀ ਕੀਤੀ, ਐਸੀ ਰੰਗੋਲੀ ਕੀਤੀ ਜਿੱਥੇ ਐਵੇਂ ਲੱਗੇ ਪਾਣੀ ਹੈ। ਰੰਗਾਂ ਦੇ ਨਾਲ ਐਸੀ ਚਿੱਤਰਕਲਾ ਇਹਨੇ ਮਹੱਲਾਂ ਦੇ ਵਿੱਚ ਕੀਤੀ। ਤੇ ਜਿਵੇਂ ਆਪਾਂ ਆਪਣੇ ਭਾਈਚਾਰੇ ਨੂੰ ਸੱਦਦੇ ਹਾਂ, ਕੋਠੀ ਬਣਾਈਏ, ਮਹਿਲ ਬਣਾਈਏ, ਕੋਈ ਬੰਦਾ ਕੁਝ ਵੀ ਕਰਦਾ ਹੈ, ਦੁਕਾਨ ਕਾਰੋਬਾਰ ਕਰਦਾ ਹੈ, ਇਸੇ ਤਰ੍ਹਾਂ ਪਾਂਡਵਾਂ ਨੇ ਇਹਨਾਂ ਨੂੰ ਦੁਰਯੋਧਨਾਂ ਨੂੰ ਜਿਹੜਾ ਸੱਦਾ ਦਿੱਤਾ ਵੀ ਆਓ ਸਾਡੇ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਓ। ਦੁਰਯੋਧਨ ਆਪਣੇ ਭਰਾਵਾਂ ਨਾਲ ਆਇਆ, ਅਹਿਲਕਾਰਾਂ ਨਾਲ ਆਇਆ, ਮਹੱਲ ਦੇਖ ਰਿਹਾ ਹੈ। ਤੇ ਜਿੱਥੇ ਤਲਾਬ ਦੇ ਵਿੱਚ ਰੰਗ ਉੱਪਰ ਬਖੇਰੇ ਸਨ, ਪਰ ਉਹ ਇੱਦਾਂ ਲੱਗਦਾ ਸੀ ਜਿਵੇਂ ਧਰਤੀ ਹੈ। ਦ੍ਰੋਪਦੀ ਵੇਖ ਰਹੀ ਹੈ ਸਾਰਾ ਕੁਝ, ਤੇ ਇਹ ਦੁਰਯੋਧਨ ਨੂੰ ਭੁਲੇਖਾ ਲੱਗਾ, ਉਸ ਤਲਾਬ ਦੇ ਵਿੱਚ ਜਾ ਡਿੱਗਾ। ਪਹਿਲਾਂ ਦਰਵਾਜ਼ੇ ਵਿੱਚ ਵੱਜ ਗਿਆ, ਫਿਰ ਉਹ ਤਲਾਬ ਵਿੱਚ ਡਿੱਗ ਗਿਆ। ਦ੍ਰੋਪਦੀ ਹੱਸੀ, ਤੇ ਹੁਣ ਦੇਖੋ ਇਹਦਾ ਉਹ ਸਹੁਰਾ ਲੱਗਦਾ ਸੀ ਦੁਰਯੋਧਨ ਦਾ ਪਿਓ ਸ਼ਰੀਕੇ ਦੇ ਵਿੱਚੋਂ, ਪਰ ਇਹ ਹੱਸੀ ਦੇ ਨਾਲ ਕਹਿਣ ਲੱਗੀ ਅੰਨੇ ਦਾ ਪੁੱਤਰ ਅੰਨਾ ਹੀ ਹੈ। ਇਹਨੂੰ ਸਮਝ ਨਹੀਂ ਆਈ। ਉਸ ਸਮੇਂ ਦੁਰਯੋਧਨ ਨੇ ਕਿਹਾ ਵੀ ਇਹਦਾ ਤੈਨੂੰ ਫਲ ਭੁਗਤਣਾ ਪਏਗਾ। ਇਹ ਜੋ ਤੂੰ ਮੈਨੂੰ ਅੱਜ ਬੋਲੇ ਨੇ, ਕੋਈ ਸਮਾਂ ਆਏਗਾ ਇਹਦਾ ਤੈਨੂੰ ਫਲ ਭੁਗਤਣਾ ਪਏਗਾ। ਰਸਨਾ ਨਾਲ ਕੀਤਾ ਹੋਇਆ ਕਰਮ ਇਹਦਾ ਵੀ ਫਲ ਹੈ, ਅੱਖਾਂ ਨਾਲ ਵੇਖੇ ਦਾ ਵੀ, ਕੰਨਾਂ ਨਾਲ ਸੁਣੇ ਦਾ ਵੀ ਫਲ ਹੈ। ਸਾਡਾ ਸਾਰਾ ਸਰੀਰ ਦੇ ਇੰਦਰੇ ਕਰਮ ਕਰਦੇ ਨੇ। ਅੱਖਾਂ ਨਾਲ ਆਪਾਂ ਮਾੜਾ ਵੇਖੀ ਜਾਵਾਂਗੇ ਨਾ, ਉਹਦਾ ਵੀ ਸਾਡੇ ਅੰਦਰ ਕਰਮ ਬਣ ਜਾਂਦਾ ਹੈ। ਕੰਨਾਂ ਨਾਲ ਮਾੜਾ ਸੁਣਦੇ ਹਾਂ, ਉਹਦਾ ਵੀ ਕਰਮ ਬਣਦਾ ਹੈ, ਉਹਦਾ ਵੀ ਫਲ ਬਣਦਾ ਹੈ। ਚੰਗਾ ਸੁਣੋਗੇ ਚੰਗਾ ਫਲ ਮਿਲੇਗਾ, ਮਾੜਾ ਸੁਣੋਗੇ ਮਾੜਾ ਫਲ ਮਿਲੇਗਾ। ਕੰਨਾਂ ਨਾਲ ਗੁਰਬਾਣੀ ਸੁਣੀ ਜਾਓ। ਸੁਣਨ ਦਾ ਮਹਾਤਮ ਦੱਸਿਆ ਮਹਾਰਾਜ ਨੇ ਕਿ ਸੁਣਿਆ ਸਿੱਧ ਪੀਰ ਸੁਰਨਾਥ। ਬਾਣੀ ਸੁਣਨ ਦਾ ਮਹਾਤਮ, ਜੇ ਬਾਣੀ ਸੁਣਨ ਦਾ ਇੰਨਾ ਮਹਾਤਮ ਹੈ ਤੇ ਆਪਾਂ ਕੋਈ ਮਾੜੀ ਗੱਲ ਸੁਣਾਂਗੇ ਉਹਦਾ ਫਲ ਵੀ ਬਹੁਤ ਵੱਡਾ ਮਾੜਾ ਹੋਵੇਗਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਮੇਰੀ ਇੱਕ ਅਰਦਾਸ ਹੈ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ। ਕਿ ਸਾਕਤਾਂ ਦੇ ਬੋਲ, ਸਾਕਤਾਂ ਦੇ ਵਜਾਏ ਹੋਏ ਸਾਜ਼ਾਂ ਦੀ ਧੁਨ ਵੀ ਮੇਰੇ ਕੰਨਾਂ ਵਿੱਚ ਨਾ ਪਵੇ, ਕਿਉਂਕਿ ਮੇਰਾ ਮਨ ਉੱਥੇ ਜੁੜ ਜਾਂਦਾ ਹੈ। ਤੇ ਗੁਰਮੁਖੋ ਮਾਫ ਕਰਨਾ, ਸਾਡਾ ਤਾਂ ਹੁਣ ਕੋਈ ਕਾਰਜ ਗੁਰਸਿੱਖਾਂ ਦਾ ਉਹ ਸਾਕਤਾਂ ਦੇ ਗੀਤਾਂ ਬਿਨਾਂ ਪੂਰਾ ਹੁੰਦਾ ਹੀ ਨਹੀਂ ਹੈ। ਆਪਾਂ ਕੋਈ ਘਰ ਵਿੱਚ ਫੰਕਸ਼ਨ ਕਰੀਏ ਤੇ ਕਹਿੰਦੇ ਹਾਂ ਵੀ ਡੀਜੇ ਲਾਣੇ ਨੇ, ਕੋਈ ਪ੍ਰੋਗਰਾਮ ਕਰਨਾ ਹੈ, ਵਿਆਹ ਸ਼ਾਦੀ ਕੁਝ ਹੋਵੇ। ਮਹਾਰਾਜ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਤਾੜਨਾ ਕੀਤੀ, ਕਿਉਂਕਿ ਜਿੱਥੇ ਕੀਰਤਨ ਸੁਣਨ ਦਾ ਮਹਾਤਮ ਹੈ, ਚੰਗਾ ਫਲ ਹੈ, ਉੱਥੇ ਮਾੜੇ ਗੀਤਾਂ ਦੇ ਸੁਣਨ ਦਾ ਮਾੜਾ ਫਲ ਹੈ, ਮਾੜੇ ਬੋਲਾਂ ਦਾ ਸੁਣਨ ਦਾ ਮਾੜਾ ਫਲ ਹੈ। ਗੰਧਨ ਵੈਣ ਸੁਣੈ ਉਰਝਾਵੈ, ਨਾਮ ਲੈਤ ਅਲਕਾਇਆ। ਗੰਦੇ ਵੈਣ ਗੰਦੇ ਬੋਲ ਸੁਣ ਕੇ ਬੜਾ ਖੁਸ਼ ਹੁੰਦਾ ਹੈ, ਪਰ ਮਹਾਰਾਜ ਕਹਿੰਦੇ ਇਹਦਾ ਫਲ ਬਹੁਤ ਮਾੜਾ ਹੈ, ਬਹੁਤ ਮਾੜਾ, ਬਹੁਤ ਦੁਖਦਾਇਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿਸੇ ਹੋਰ ਨੂੰ ਦੋਸ਼ ਨਾ ਦੇਈ। ਜੇ ਤੇਰੇ ਜੀਵਨ ਵਿੱਚ ਦੁੱਖ ਆਇਆ, ਸੰਤਾਪ ਆਇਆ ਹੈ, ਇਹ ਤੇਰੇ ਕੀਤੇ ਹੋਏ ਕਰਮ ਨੇ, ਉਹਨਾਂ ਦਾ ਫਲ ਹੀ ਤੈਨੂੰ ਇਹ ਪ੍ਰਾਪਤ ਹੋ ਰਿਹਾ ਹੈ।
ਇਹ ਤੇਰੇ ਕੀਤੇ ਹੋਏ ਕਰਮ ਨੇ। ਤੇ ਦ੍ਰੋਪਦੀ ਕਹਿਣ ਲੱਗੀ ਜਿਹੜੀ ਮੇਰੀ ਇੱਜ਼ਤ ਰੱਖੀ ਗਈ। ਕ੍ਰਿਸ਼ਨ ਜੀ ਕਹਿੰਦੇ ਵੀ ਤੂੰ ਮਾੜਾ ਬੋਲਿਆ ਸੀ ਰਸਨਾ ਨਾਲ ਦੁਰਯੋਧਨ ਨੂੰ, ਉਸ ਕਰਕੇ ਤੇਰੀ ਬੇਇੱਜ਼ਤੀ ਹੋਈ ਹੈ। ਤੇ ਤੂੰ ਕਿਸੇ ਮਹਾਤਮਾ ਨੂੰ ਕੱਪੜਾ ਦਿੱਤਾ ਸੀ, ਉਹਦੀ ਪੱਤ ਢੱਕੀ ਸੀ ਤੇ ਉਹਨੇ ਆਸ਼ੀਰਵਾਦ ਦਿੱਤਾ ਸੀ ਬੱਚੀ ਤੇਰੀ ਵੀ ਪੱਤ ਪਰਮਾਤਮਾ ਢੱਕੇ। ਇਸੇ ਕਰਕੇ ਉਹ ਕੀਤਾ ਹੋਇਆ ਕੱਪੜਾ ਦਾਨ ਤੂੰ ਹੱਥਾਂ ਨਾਲ ਦਾਨ ਕੀਤਾ ਸੀ। ਰਸਨਾ ਨਾਲ ਬੋਲਿਆ ਹੋਇਆ ਬੋਲ ਕਰਮ ਬਣਿਆ ਤੇ ਉਹਨੇ ਬੇਇੱਜ਼ਤੀ ਕਰਾ ਦਿੱਤੀ। ਹੱਥਾਂ ਨਾਲ ਕੱਪੜਾ ਦਾਨ ਕੀਤਾ ਤੇ ਉਸ ਕਰਕੇ ਇੱਜ਼ਤ ਰੱਖੀ ਗਈ, ਪੱਤ ਰੱਖੀ ਗਈ। ਭਾਈ ਗੁਰਦਾਸ ਜੀ ਕਹਿੰਦੇ ਦ੍ਰੋਪਦੀ ਕਪੀਨ ਮਾਤਰ ਦਈ ਜੋ ਮਨੀਸਰੈ, ਤਾਂ ਤੇ ਸਭਾ ਮਦ ਵਿਓ ਬਸਨ ਪ੍ਰਵਾਹ ਜੀ। ਦੁਖਤ ਗਜਿੰਦ ਅਰ ਬਿੰਦ ਗਏ ਭੇਟ ਰਾਖੈ, ਤਾਂ ਕਿ ਕਾਜੈ ਚੱਕਰ ਪਾਣ ਆਨ ਗ੍ਰਸੇ ਗ੍ਰਾਹ ਜੀ। ਜਦੋਂ ਹਾਥੀ ਨੂੰ ਤੇਂਦੂਏ ਨੇ ਪਕੜ ਲਿਆ, ਉਹਨੇ ਪਹਿਲਾਂ ਆਪਣਾ ਬੜਾ ਜ਼ੋਰ ਲਾਇਆ, ਬਚਾ ਨਹੀਂ ਕਰ ਸਕਿਆ। ਹਾਥੀ ਦਾ ਕਈ ਵਾਰ ਪ੍ਰਮਾਣ ਆਇਆ ਗੁਰਬਾਣੀ ਦੇ ਵਿੱਚ। ਤੇ ਜਦੋਂ ਉਹਨੇ ਵੇਖਿਆ ਕੋਈ ਜ਼ੋਰ ਨਹੀਂ, ਦੁੱਖ ਦੇ ਵਿੱਚ ਅਸਲ ਵਿੱਚ ਸਾਡੀ ਆਤਮਾ ਜਾਗ ਜਾਂਦੀ ਹੈ, ਨਹੀਂ ਤਾਂ ਇਹ ਅਚੇਤ ਰਹਿੰਦੀ, ਗਾਫਲ ਰਹਿੰਦੀ ਹੈ। ਉਸ ਹਾਥੀ ਦੀ ਆਤਮਾ ਵੀ ਕਿਤੇ ਜਾਗ ਗਈ ਤੇ ਉਹਨੂੰ ਗਿਆਨ ਹੋ ਗਿਆ ਕਿ ਰੱਬ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ। ਉਹਨੇ ਕਮਲ ਦਾ ਫੁੱਲ ਆਪਣੀ ਸੁੰਡ ਵਿੱਚ ਪਕੜ ਕੇ ਅਰਦਾਸ ਕੀਤੀ, ਇਹ ਕਮਲ ਦਾ ਫੁੱਲ ਮੈਂ ਭੇਟਾ ਕਰਦਾ ਹਾਂ, ਪਰਮਾਤਮਾ ਮੇਰੀ ਸਹਾਇਤਾ ਕਰ। ਦੁਖਤ ਗਜਿੰਦ, ਗਜਿੰਦ ਨਾਮ ਹਾਥੀ ਦਾ। ਦੁਖੀ ਹੋਏ ਹਾਥੀ ਨੇ ਦੁਖਤ ਗਜਿੰਦ ਅਰ ਬਿੰਦ ਗਏ ਭੇਟ ਰਾਖੈ, ਕਮਲ ਦਾ ਫੁੱਲ ਅੱਗੇ ਰੱਖ ਕੇ ਭੇਟਾ ਅਰਦਾਸ ਕੀਤੀ। ਇਹ ਭੇਟਾ ਆਦਿ ਕਾਲ ਤੋਂ ਤਾਂ ਰੱਖੀ ਜਾਂਦੀ, ਕੁਝ ਨਾ ਕੁਝ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ ਜਾਂ ਕੁਝ ਭੇਟਾ ਕਰਦੇ ਹਾਂ ਨਾ, ਉਹਦਾ ਪ੍ਰਯੋਜਨ ਇਹੀ ਹੈ। ਦੁਖਤ ਗਜਿੰਦ ਅਰ ਬਿੰਦ ਗਏ ਭੇਟ ਰੱਖੈ, ਤਾਂ ਕਿ ਕਾਜੈ ਚੱਕਰ ਪਾਣ ਆਨ ਗ੍ਰਸੇ ਗ੍ਰਾਹ ਜੀ। ਤੇ ਵਾਹਿਗੁਰੂ ਨੇ ਆ ਕੇ ਉਹਦੇ ਬੰਧਨ ਕੱਟ ਦਿੱਤੇ, ਉਹਨੂੰ ਬੰਧਨਾਂ ਤੋਂ ਮੁਕਤ ਕਰਤਾ, ਉਹਦੀ ਬੰਧ ਖਲਾਸੀ ਕਰ ਦਿੱਤੀ। ਇਸੇ ਤਰ੍ਹਾਂ ਤਨਕ ਤੰਦਲ ਜਗਦੀਸੈ ਦੇ ਸਦਾਮਾ, ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ। ਸਦਾਮੇ ਨੇ ਥੋੜ੍ਹੇ ਜਿਹੇ ਚਾਵਲ ਕ੍ਰਿਸ਼ਨ ਭਗਵਾਨ ਨੂੰ ਦਿੱਤੇ ਸੀ, 4 ਪਦਾਰਥ ਮਿਲ ਗਏ। ਹੱਥਾਂ ਨਾਲ ਦਾਨ ਕੀਤਾ। ਭਾਵ ਮਨੁੱਖ ਜਿਸ ਤਰ੍ਹਾਂ ਮਰਜ਼ੀ ਕਰਮ ਕਰਦਾ ਹੈ, ਭਾਵੇਂ ਆਪਣੇ ਸਰੀਰ ਨਾਲ, ਅੱਖਾਂ ਨਾਲ ਵੇਖਣ ਦਾ, ਕੰਨਾਂ ਨਾਲ ਸੁਣਨ ਦਾ, ਰਸਨਾ ਨਾਲ ਬੋਲਣ ਦਾ, ਪੈਰਾਂ ਨਾਲ ਚੱਲਣ ਦਾ, ਹੱਥਾਂ ਨਾਲ ਦਾਨ ਪੁੰਨ ਕਰਨ ਦਾ, ਕੋਈ ਵੀ ਹੈ, ਇਹਦਾ ਫਲ ਚੰਗਾ ਕੀਤਾ ਚੰਗਾ, ਮਾੜਾ ਕੀਤਾ ਮਾੜਾ ਫਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਕਰਕੇ ਫਰਮਾਨ ਕਰਦੇ ਨੇ, ਐ ਮਨੁੱਖ ਸੁਚੇਤ ਹੋ, ਕਰਮ ਤੂੰ ਕਰੇਗਾ ਫਲ ਵੀ ਤੈਨੂੰ ਭੁਗਤਣਾ ਪਵੇਗਾ। ਇਸ ਕਰਕੇ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਜੋ ਵੀ ਤੂੰ ਕਰਮ ਕਮਾਵਣੇ ਨੇ, ਇਹਨਾਂ ਕਰਮਾਂ ਦਾ, ਮਾੜੇ ਕਰਮਾਂ ਦਾ ਦੋਸ਼ ਕਿਸੇ ਹੋਰ ਨੂੰ, ਕੋਈ ਹੋਰ ਇਹਨਾਂ ਕਰਮਾਂ ਦਾ ਦੋਸ਼ੀ ਯੋਗ ਨਹੀਂ ਹੋਵੇਗਾ। ਜੋ ਤੂੰ ਮਾੜੇ ਕਰਮ ਕੀਤੇ ਨੇ, ਮਾੜੇ ਕਰਮਾਂ ਦਾ ਦੋਸ਼ੀ ਤੂੰ ਹੈ, ਇਹਦਾ ਫਲ ਵੀ ਤੈਨੂੰ ਹੀ ਭੋਗਣਾ ਪਵੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਵਾਲ ਹੈ, ਮਨੁੱਖ ਮਾੜੇ ਕਰਮਾਂ ਵਿੱਚ ਪ੍ਰਵਿਰਤ ਕਿਉਂ ਹੁੰਦਾ ਹੈ? ਆਪਾਂ ਸਵਾਲ ਕਰ ਸਕਦੇ ਹਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ, ਮਹਾਰਾਜ ਮਨੁੱਖ ਪਾਪ ਕਰਮ ਕਰਦਾ ਕਿਉਂ ਹੈ? ਇਸ ਪਾਸੇ ਇਹਦਾ ਲਗਾਵ ਕਿਉਂ ਹੁੰਦਾ ਹੈ? ਤਾਂ ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਵੱਲੋਂ ਇਹ ਮਨੁੱਖ ਮੂੰਹ ਫੇਰ ਲੈਂਦਾ ਹੈ, ਬਸ ਉਦੋਂ ਫਿਰ ਇਹ ਮਾੜੇ ਕਰਮਾਂ ਵਿੱਚ ਇਹਦੀ ਰੁਚੀ ਹੋ ਜਾਂਦੀ ਹੈ। ਪਰਮੇਸ਼ਰ ਨੂੰ ਭੁੱਲਣ ਕਰਕੇ ਹੀ ਇਹ ਮਾੜੇ ਕਰਮ ਕਰਦਾ ਹੈ। ਵਾ ਸਭ ਤੋਂ ਮਾੜਾ ਕਰਮ ਦੁਨੀਆ ਵਿੱਚ ਇਹੀ ਹੈ, ਰੱਬ ਨੂੰ ਭੁਲਾ ਦੇਣਾ। ਤੇ ਸਭ ਨਾਲੋਂ ਚੰਗਾ ਕਰਮ ਵੀ ਇਹ ਹੈ ਕਿ ਰੱਬ ਦੀ ਬੰਦਗੀ ਕਰਨੀ।
महाराज ने बाणी दे विच आखिया ना, सगल धर्म है उत्तम धर्म, हर को नाम जप निर्मल करम। निर्मल करम किहड़ा सब तो वड्डा, वो है वाहिगुरू दा नाम जपना। सारे धर्मां नालों उत्तम धर्म की है? वाहिगुरू दी बंदगी करनी, नाम जपना। सगल धर्म है उत्तम धर्म, हर को नाम जप निर्मल करम। वाहिगुरू दा नाम जदों कोई जुड़ के जपदा है तो ये कर्म निर्मल होण लग जाते हैं, कर्मां दे विच पवित्रता आउण लग जाती है। तो महाराज सच्चे पातशाह कहते जदों रब नूं भुला दिता कर्म मैले होण लग जाते हैं। परमेश्वर ते भुलिया व्यापन सभे रोग, ते सारे रोग, क्योंकि जिथे मैले कर्म आ गए उत्थे सारे रोग आ जाणगे। एक मनुख चंगे पदार्थां नूं छड्ड के नशा करन लग पिया, माड़े पासे तुर पिया, ਉਹਦਾ शरीर रोगी हो जाएगा। ਉਹਦੇ शरीर ਨੂੰ फिर कई तरह के रोग कलेश वो व्यापत हो जाणगे। महाराज फरमान कर रहे, बेमुख होए राम ते लगन जन्म विजोग। ते ये सिलसिला किन्ना क समा चलदा है? ये सिलसिला किन्ना क समा चलदा है कि कोई रब नालों टुट गया, बंदगी करनी छड्ड दित्ती ते कर्म मैले हो गए। महाराज कहंदे कई जन्मां तक ये सिलसिला फिर चलदा है। एक वारी रब नालों टुट गए ना, फिर पता नहीं किन्ने समय बाद मुड़ के ये समा मिलेगा रब नाल जुड़न दा। भाई साहब भाई वीर सिंह जी उन्होंने बड़ा सोहना प्रमाण दिता है मनुख नूं समझाउण वास्ते। सियाणे पुरुष बैठे सन इकट्ठे हो के, ते उन्होंने सामने दृष्टि जापी कोलियां ते। वो कहंदे भी इदां करिए, जिहड़े कोले ने काले ने इन्हां नूं वाइट कर दईए, लाल रंग दा कर दईए, चिट्टा कर दईए, नीला कर दईए, रंग बदल दी इन्हां दा। ते भाई वीर सिंह जी लिखते ने यतन बड़े कीते पर वो कोले दे अंदर दी कालख नहीं गई। दुध दही विच धोता कोला साबण ला ला धोया। दुध दही दे विच धोया, साबणा दे विच कोले साबण ला के चंगी तरह पानी दे नाल कोले नूं धोया। दुध दही विच धोता कोला साबण ला ला धोया। कहंदे खुंब चाड़ रंगण भी दरिया तां भी लाल ना होया। ललारी कोल लै गए भी इहनूं रंग कर दे वधिया जिहा, लाल हो जावे, रंग बदल जावे। ये काला रंग चंगा नहीं, कालख चंगी नहीं है। खुंब चाड़ रंगण भी धरिया तां भी लाल ना होया। ते उहनूं चंगी तरह जिहड़ा लाल रंग दे विच पा के रखिया, पर कालख नहीं गई। भाई वीर सिंह जी लिखते ने सियाणियां ने विचार कीती, ये लाल किवें हो सकता है? विछड़ के कालख सी आई, बिन मिलिया ना लैंदी। इहदे विच कालख आई विछोड़ा करके। विछोड़ा किहदे तों पिया? अग तों। कहंदे अग अग लगा के देखो चढ़िया रूप सवाया। उही कोला जदों अग दे विच रख दईए ते थोड़े समय बाद वो कोला लाल सुरख हो जाता है। जिहड़ा कोला काला सी अग दे विच रखिया, थोड़े समय बाद वो लाल सुरख हो गया। इसे तरह मनुख जदों रब नालों टुट जाता है, लिव छुड़की लगी तृष्णा माया अमर वरताया, तो ये काला हो जाता है। विषय विकार पाप बुराइयां इहदे अंदर कालख भर जाती है। ये कालख दूर किवें होवेगी? जदों फिर ये नाम नाल जुड़ जाएगा। विछड़ के कालख सी आई, बिन मिलिया ना लैंदी। अंग अग लगा के देखो चढ़िया रूप सवाया। ये जिन्ने सानू दुख रोग कलेश, ये जिहड़ी कालख है ये रब नालों विछोड़े करके है। बाबा फरीद जी कहते ना, फरीदा मैं जानिया दुख मुझको दुख सवाया, जग उच्चे चढ़ के देखिया तां घर घर यह अग
ਇਹ ਤਾਂ ਘਰ ਘਰ ਦੇ ਵਿੱਚ ਹੈ। ਕਿਉਂ? ਵਿਛੋੜਾ ਪੈ ਗਿਆ ਉਸ ਮਾਲਕ ਦੇ ਨਾਲੋਂ, ਰੱਬ ਦੇ ਨਾਲੋਂ, ਵਾਹਿਗੁਰੂ ਦੇ ਨਾਲੋਂ। ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਕੋਈ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਜਨਮਾਂ ਦਾ ਵਿਛੋੜਾ ਪੈ ਜਾਂਦਾ, ਬੜੀ ਦੂਰ ਚਲਾ ਜਾਂਦਾ ਫਿਰੇ। ਖਿਨ ਮੈਂ ਕੋੜੇ ਹੋਏ ਗਏ ਜਿਤਨੇ ਮਾਇਆ ਭੋਗ। ਤੇ ਜਿਹੜਾ ਇਹ ਜੀਵਨ ਜੀ ਰਿਹਾ ਹੈ, ਜਿੰਨੇ ਪਦਾਰਥ ਹਨ, ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਨ੍ਹਾਂ ਮਾਇਆ ਦੇ ਭੋਗਾਂ ਵਿੱਚ ਰੱਬ ਨੂੰ ਭੁੱਲੀ ਬੈਠਾ ਹੈ। ਬਾਣੀ ਪੜ੍ਹਨ ਦਾ ਸਮਾਂ ਨਹੀਂ, ਨਿਤਨੇਮ ਕਰਨ ਦਾ ਸਮਾਂ ਨਹੀਂ ਹੈ। ਜਦੋਂ ਮੌਤ ਆ ਕੇ ਡੰਕਾ ਵਜਾਉਂਦੀ, ਸਾਰੇ ਕੋੜੇ ਹੋ ਜਾਂਦੇ ਨੇ। ਕੋਈ ਵੀ ਪਦਾਰਥ ਰਸਦਾਇਕ ਨਹੀਂ ਰਹਿ ਜਾਂਦਾ। ਜਦੋਂ ਮਨੁੱਖ ਨੂੰ ਆ ਕੇ ਮੌਤ ਘੇਰਦੀ ਹੈ, ਨਾ ਕੋਠੀ ਚੰਗੀ ਲੱਗਦੀ ਹੈ, ਨਾ ਪਲੰਗ ਚੰਗਾ ਲੱਗਦਾ, ਨਾ ਘਰ ਵਾਲੀ ਚੰਗੀ ਲੱਗਦੀ, ਨਾ ਧੀਆਂ ਪੁੱਤਰ, ਨਾ ਕੋਠੀ, ਨਾ ਧਨ ਦੌਲਤ, ਕੁਝ ਵੀ ਚੰਗਾ ਨਹੀਂ ਲੱਗਦਾ। ਸਾਰੇ ਕੋੜੇ ਹੋ ਜਾਂਦੇ ਨੇ, ਕਿਉਂਕਿ ਕੋਈ ਵੀ ਉਸ ਸਮੇਂ ਇਹਦਾ ਸਾਥ ਨਹੀਂ ਦਿੰਦਾ। ਸਾਥ ਦੇਵੇ ਕਿਉਂ? ਕਿਉਂਕਿ ਸਾਥ ਤਾਂ ਤਾਣ ਦੇ ਜੇ ਪਤਾ ਲੱਗੇ। ਉਹ ਅੰਦਰਲੀ ਘਟਨਾ ਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਅੰਦਰ ਇਹਦੇ ਨਾਲ ਕੀ ਹੋ ਰਿਹਾ ਹੈ। ਅੰਦਰੋਂ ਜਮਾਂ ਨੇ ਘੇਰਿਆ ਹੁੰਦਾ ਹੈ ਤੇ ਇਹਨੂੰ ਪਤਾ ਨਹੀਂ ਲੱਗਦਾ। ਜਿਵੇਂ ਭਾਦਰੋਂ ਦੇ ਮਹੀਨੇ ਦੁਆਰਾ ਮਹਾਰਾਜ ਨੇ ਆਖਿਆ ਸੀ ਕਿ ਹੱਥ ਮਰੋੜੈ ਤਨ ਕਪੇ ਸਿਆਹੋਂ ਹੋਆ ਸੇ। ਜਦੋਂ ਜਮਾਂ ਨੇ ਅੰਦਰੋਂ ਘੇਰਿਆ ਹੁੰਦਾ ਹੈ ਨਾ, ਜਿੰਦ ਨਮਾਣੀ ਕੱਢੀਐ ਹੱਡਾਂ ਕੂਕੜਕਾਏ। ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਇਹਦੇ ਨਾਲ, ਉਹ ਤਾਂ ਐਵੇਂ ਪਿਆ ਹੁੰਦਾ ਜਿਵੇਂ ਨੋਰਮਲ ਬੰਦਾ ਪਿਆ ਹੁੰਦਾ ਹੈ, ਪਰ ਅੰਦਰ ਉਹਦੇ ਨਾਲ ਬਹੁਤ ਕੁਝ ਅੰਦਰ ਘਟਨਾ ਹੋ ਰਹੀ ਹੁੰਦੀ ਹੈ। ਉਸ ਸਮੇਂ ਉਹ ਵੇਖਦਾ ਹੈ ਪਦਾਰਥਾਂ ਵੱਲ ਵੀ, ਇਹਨਾਂ ਵਿੱਚੋਂ ਕੋਈ ਵੀ ਹੁਣ ਮੇਰੀ ਸਹਾਇਤਾ ਨਹੀਂ ਕਰ ਰਿਹਾ। ਖਿਨ ਮੈਂ ਕੋੜੇ ਹੋਏ ਗਏ, ਇੱਕ ਛਿਨ ਮਾਤਰ ਦੇ ਵਿੱਚ ਹੀ ਕੋੜੇ ਹੋ ਗਏ। ਤਾਂ ਹੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਨੇ। ਗੁਰਮੁਖ ਰੱਬ ਦੇ ਕੋਲ ਸਦਾ ਇਹੀ ਅਰਦਾਸ ਕਰਦਾ ਹੈ ਕਿ ਹੇ ਮਾਲਕ ਵਾਹਿਗੁਰੂ, ਤੂੰ ਮੈਨੂੰ ਭਾਵੇਂ ਪਦਾਰਥ ਦੇਵੀਂ, ਪਰ ਇੱਕ ਮੇਰੇ 'ਤੇ ਕਿਰਪਾ ਰੱਖੀ, ਤੇਰਾ ਨਾਮ ਨਾ ਮੈਨੂੰ ਵਿਸਰ ਜਾਵੇ। ਮਹਾਰਾਜ ਜੀ ਦੇ ਆਪਾਂ ਉਹ ਬਚਨ ਪੜ੍ਹਦੇ ਹਾਂ। ਸ੍ਰੀ ਰਾਗ ਦਾ ਆਰੰਭ ਦਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੈ ਨਾਓ। ਹਰ ਬਿਨ ਬੀਜੀਓ ਜਲ ਵੱਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਮਣੀ ਮੁਖ ਮਣੀ ਸੋਹੈ, ਕਰੇ ਰੰਗ ਬਸਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਇਸ ਤਰ੍ਹਾਂ ਮਹਾਰਾਜ ਨੇ ਉੱਥੇ ਹੋਰ ਵੀ ਬਚਨ ਆਖੇ ਹਨ ਕਿ ਮਤਾ ਇਹਨਾਂ ਪਦਾਰਥਾਂ ਨੂੰ ਵੇਖ ਕੇ ਮੈਨੂੰ ਤੇਰਾ ਨਾਮ ਭੁੱਲ ਜਾਵੇ। ਵਾਹਿਗੁਰੂ ਕਿਰਪਾ ਕਰੀ, ਕਿਉਂਕਿ ਮੇਰੇ ਗੁਰੂ ਨੇ ਦੱਸ ਦਿੱਤਾ ਹੈ, ਹਰ ਬਿਨ ਜੀਓ ਜਲ ਬਲ ਜਾਓ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਆਤਮਾ ਸੜਦੀ ਹੈ, ਬਲਦੀ ਹੈ। ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਗੁਰੂ ਤੋਂ ਪੁੱਛ ਕੇ ਵੇਖਿਆ, ਦੱਸਿਆ ਗੁਰੂ ਨੇ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇਰੀ ਆਤਮਾ ਨੂੰ ਹੋਰ ਕੋਈ ਠੰਡ ਨਹੀਂ ਦੇ ਸਕਦਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੀ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੋਹ ਮਾਘ ਦੀ ਸਰਦੀ ਪੈਂਦੀ ਹੋਵੇ, ਉਹ ਵੀ ਆਤਮਾ ਨੂੰ ਸੁਖੀ ਨਹੀਂ ਕਰ ਸਕਦੀ। ਚੰਦਨ ਰਗੜ ਕੇ ਲਾਇਆ ਹੋਵੇ, ਚੰਦਨ ਦੀ ਤਾਸੀਰ ਠੰਡੀ ਹੈ। ਚੰਦਨ ਚੰਦ, ਪੂਰਨਮਾਸ਼ੀ ਦੀ ਰਾਤ ਠੰਡੀ ਰੋਸ਼ਨੀ ਪੈ ਰਹੀ ਹੋਵੇ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੀ ਘਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਤੋ ਮਹਾਰਾਜ ਕਹਿੰਦੇ, ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਜਿਨ੍ਹਾਂ ਵਿੱਚ ਲੱਗ ਕੇ ਜੀਵ ਨਾਮ ਵਸਾਰ ਦਿੰਦਾ ਹੈ, ਇਹ ਫਿਰ ਕੋੜੇ ਹੋ ਜਾਂਦੇ ਨੇ, ਜ਼ਹਿਰ ਦੀ ਤਰ੍ਹਾਂ ਹੋ ਜਾਂਦੇ ਨੇ।
महाराज सच्चे पातशाह कहते विच न कोई कर सकै किस तै रोवै रोज। ਜਦੋਂ ਜੀਵ ਨੇ ਮਾੜੇ ਕਰਮ ਕਰ ਲਏ ਫਿਰ ਇਹਦੀ ਕੋਈ ਵਿਚੋਲਗੀ ਨਹੀਂ ਕਰ ਸਕਦਾ। ਜਦੋਂ ਮਾੜੇ ਕਰਮਾਂ ਦੀ ਸਜ਼ਾ ਤੈਅ ਹੋ ਜਾਂਦੀ ਫਿਰ ਨਹੀਂ ਕੋਈ ਬਚਾ ਸਕਦਾ। ਜਿਵੇਂ ਕੋਈ ਜ਼ੁਲਮ ਕਰਦਾ ਹੈ, ਪਾਪ ਕਰਦਾ ਹੈ, ਉਹਦੇ 'ਤੇ ਸਰਕਾਰ ਵੱਲੋਂ ਦੋਸ਼ ਉਹਦਾ ਤੈਅ ਹੋ ਗਿਆ, ਫਿਰ ਸਰਕਾਰ ਉਹਨੂੰ ਸਜ਼ਾ ਦਿੰਦੀ, ਜੇਲ੍ਹ ਵਿੱਚ ਪਾ ਦਿੰਦੀ ਹੈ। ਫਿਰ ਕੋਈ ਨਹੀਂ ਵਿਚੋਲਗੀ, ਫਿਰ ਕੋਈ ਨਹੀਂ ਬਚਾ ਸਕਦਾ ਉਹਨੂੰ। ਜਿਵੇਂ ਹੁਣ ਕੱਲ੍ਹ ਨੂੰ ਇੱਕ ਐਸੇ ਡੇਰੇਦਾਰ ਨੂੰ ਸਜ਼ਾ ਹੋਣੀ 18 ਤਰੀਕ ਦੀ, ਜੋ ਕੋਰਟ ਨੇ ਜੋ ਹੁਕਮ ਕੀਤਾ ਹੈ। ਕਿੰਨੀ ਦੁਨੀਆ ਨਾਲ ਸੀ ਪਰ ਕੋਈ ਮਹਾਰਾਜ ਕਹਿੰਦੇ ਸਾਥ ਨਹੀਂ ਦੇ ਸਕਦਾ। ਫਿਰ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੇਂ ਰੋਜ਼, ਕਿਹਦੇ ਕੋਲ ਰੋਜ਼ ਰੋਵੇਂਗਾ। ਕੋਈ ਤੇਰੀ ਬਾਂਹ ਪਕੜਨ ਵਾਲਾ ਨਹੀਂ ਹੋਵੇਗਾ। ਜਦੋਂ ਮਾੜੇ ਕਰਮ ਕਰਤੇ ਉਹ ਦੋਸ਼ ਲੱਗ ਗਏ, ਉਹ ਫਿਰ ਸਜ਼ਾ ਮਿਲ ਜਾਂਦੀ ਹੈ, ਫਿਰ ਨਹੀਂ ਕੋਈ ਬਚਾ ਸਕਦਾ। ਮਹਾਰਾਜ ਕਹਿੰਦੇ ਇਸ ਕਰਕੇ ਪਹਿਲਾਂ ਹੀ ਆਪਣੇ ਜੀਵਨ ਨੂੰ ਸੋਚ ਕੇ ਵਿਚਾਰ ਕੇ ਜੁਗਤੀ ਦੇ ਨਾਲ ਜੀਵਨਾ ਕਰ। ਵਿੱਚ ਨਾ ਕੋਈ ਕਰ ਸਕਦਾ, ਕੋਈ ਤੇਰੀ ਵਿਚੋਲਗੀ ਨਹੀਂ ਕਰੇਗਾ। ਜਦੋਂ ਵੇਖੋ ਕਿਸੇ ਦੇ ਘਰੋਂ ਨਸ਼ਾ ਪਕੜਿਆ ਜਾਵੇ ਜਾਂ ਕੋਈ ਵੀ ਚੀਜ਼ ਗਲਤ ਪਕੜੀ ਜਾਵੇ, ਰਿਸ਼ਤੇਦਾਰ ਵੀ ਪਿੱਛੇ ਹਟ ਜਾਂਦੇ ਨੇ। ਉਹ ਕਹਿੰਦੇ ਵੀ ਅਸੀਂ ਇਹਦੇ ਨਾਲ ਨਹੀਂ ਹਾਂ, ਸਾਡਾ ਇਹਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ। ਕੋਈ ਉਹਦੀ ਵਿਚੋਲਗੀ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਇਹ ਬੰਦਾ ਇਸ ਤਰ੍ਹਾਂ ਦਾ ਹੈ। ਪਰ ਜੇ ਬੰਦਾ ਸਹੀ ਹੋਵੇ ਫਿਰ ਲੋਕ ਉਹਦੇ ਸਾਥ ਵੀ ਦਿੰਦੇ ਨੇ, ਹਾਂ ਵੀ ਇਹ ਬੰਦਾ ਤਾਂ ਬਿਲਕੁਲ ਸਹੀ ਹੈ। ਪਰ ਜੇ ਲੋਕਾਂ ਨੂੰ ਪਤਾ ਹੈ, ਇਸੇ ਤਰ੍ਹਾਂ ਨਿਰੰਕਾਰ ਗੁਰੂ ਪਿਤਾ ਇਹ ਵੀ ਸਾਡੀ ਸਹਾਇਤਾ ਤਾਂ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਹੈ ਸਾਰਾ ਕੁਝ ਵੀ ਇਹਦਾ ਜੀਵਨ ਕਿਸ ਤਰ੍ਹਾਂ ਦਾ ਹੈ। ਜਦੋਂ ਜਮਾਂ ਨੇ ਆ ਕੇ ਪਕੜਿਆ ਫਿਰ ਕੋਈ ਵਿਚੋਲਗੀ ਨਹੀਂ ਕਰ ਸਕਦਾ। ਹਾਂ, ਜੇਕਰ ਆਪਾਂ ਸ਼ੁਭ ਕਰਮ ਕਰਾਂਗੇ ਤੇ ਫਿਰ ਗੁਰੂ ਕਿਰਪਾ ਕਰਕੇ ਬਚਾ ਵੀ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਇਹ ਧੁਰ ਸੰਜੋਗ ਦਰਗਾਹੀ ਵਾਹਿਗੁਰੂ ਦਾ ਐਸਾ ਨਿਯਮ ਬਣਾਇਆ ਹੋਇਆ ਹੈ। ਫਿਰ ਜਦੋਂ ਦੋਸ਼ ਤੈਅ ਹੋ ਜਾਣ, ਸਜ਼ਾ ਹੋ ਜਾਵੇ, ਫਿਰ ਕੁਝ ਨਹੀਂ ਕੀਤਾ ਜਾ ਸਕਦਾ। ਇਹ ਦਰਗਾਹੀ ਵਾਹਿਗੁਰੂ ਦਾ ਹੁਕਮ ਨਿਯਮ ਬਣਾਇਆ ਹੋਇਆ, ਕੀਤਾ ਕਿਛੂ ਨਾ ਹੋਵਈ। ਫਿਰ ਇਹ ਜੀਵ ਨਾ ਦਾਨ ਪੁੰਨ ਕਰ ਸਕਦਾ, ਨਾ ਚੰਗੇ ਕਰਮ ਕਰ ਸਕਦਾ। ਜਦੋਂ ਦੋਸ਼ ਤੈਅ ਹੋ ਜਾਣ ਫਿਰ ਨਹੀਂ ਕੋਈ ਚੰਗਾ ਕਰਮ ਕਰ ਸਕਦਾ। ਇਹ ਚੰਗੇ ਕਰਮ ਕਰਨ ਦਾ ਸਮਾਂ ਪਹਿਲਾਂ ਹੀ ਹੈ। ਜਦੋਂ ਮਾੜੇ ਕਰਮਾਂ ਵਿੱਚ ਹੀ ਪ੍ਰਵਿਰਤ ਹੋ ਗਿਆ ਤੇ ਫਿਰ ਉਹਨਾਂ ਦੀ ਸਜ਼ਾ ਜਦੋਂ ਤੈਅ ਹੋ ਗਈ ਫਿਰ ਕੁਝ ਨਹੀਂ ਕਰ ਸਕਦਾ। ਇਸ ਕਰਕੇ ਆਪਾਂ ਵੇਖਦੇ ਹਾਂ ਵੱਡੇ ਵੱਡੇ ਰਾਜੇ ਲੋਕ, ਬੜੇ ਬੜੇ ਲੋਕ, ਉਹ ਕਹਿੰਦੇ ਅਸੀਂ ਕਦੀ ਮਾੜਾ ਕਰਮ ਕੀਤਾ ਹੀ ਨਹੀਂ। ਪਰ ਉਹ ਪਿਛਲੇ ਕੀਤੇ ਹੋਏ ਕਰਮਾਂ ਦਾ ਦੋਸ਼ ਜਦੋਂ ਫਲ ਮਿਲਿਆ ਤੇ ਕਹਿੰਦੇ ਅਸੀਂ ਤਾਂ ਕਦੇ ਮਾੜਾ ਕਰਮ ਕੀਤਾ ਹੀ ਨਹੀਂ। ਪਰ ਉਹ ਯਾਦ ਕਰਾ ਦਿੰਦੇ ਨੇ ਰੱਬ ਦੇ ਪਿਆਰੇ। ਜਿਵੇਂ ਜਿਸ ਸਮੇਂ ਧ੍ਰਿਤਰਾਸ਼ਟਰ ਦਾ 100 ਪੁੱਤਰ ਮਰ ਗਿਆ ਨਾ, ਦੁਰਯੋਧਨ ਸਮੇਤ, ਕ੍ਰਿਸ਼ਨ ਜੀ ਗਏ ਪਰਚਾਣੀ ਵਾਸਤੇ ਤੇ ਉਹਨੇ ਆਖਿਆ ਸੀ ਮਹਾਰਾਜ ਮੈਂ ਤੇ ਕੋਈ ਮਾੜਾ ਕਰਮ ਕੀਤਾ ਨਹੀਂ ਇਸ ਜੀਵਨ ਦੇ ਵਿੱਚ, ਮੈਨੂੰ ਇਸ ਕਿਸ ਕਰਮ ਦਾ ਫਲ ਮਿਲਿਆ ਹੈ ਕਿ ਮੇਰਾ 100 ਪੁੱਤਰ ਹੀ ਮਰ ਗਿਆ, ਕੋਈ ਵੀ ਨਹੀਂ ਬਚਿਆ। ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਤੈਨੂੰ ਕਿੱਥੋਂ ਤੱਕ ਆਪਣੇ ਆਤਮਾ ਜੀਵਨ ਦਾ ਗਿਆਨ ਹੈ। ਕਹਿੰਦਾ ਮੈਨੂੰ 100 ਜਨਮਾਂ ਦਾ ਪਤਾ ਹੈ। ਧ੍ਰਿਤਰਾਸ਼ਟਰ ਨੂੰ ਬੰਦਗੀ ਵਾਲਾ ਸੀ, ਐਸੀ ਗੱਲ ਨਹੀਂ। ਪਰ ਕਹਿੰਦੇ ਜਿਹੜਾ 101ਵਾਂ ਜਨਮ ਤੇਰਾ ਹੈ ਪਿਛਲਾ, ਉਹ ਵੇਖ। ਉਹ ਵਿਖਾਇਆ ਜਦੋਂ ਉਹਦੇ ਵਿੱਚ ਇਹ ਰਾਜਾ ਸੀ, ਮਾਸ ਖਾਣ ਦਾ ਆਦੀ ਸੀ ਤੇ ਹੰਸਾਂ ਦਾ ਇਹਨੇ ਹੰਸ ਪਾਲੇ ਹੋਏ ਸੀ ਇਹਦੇ ਵਜ਼ੀਰਾਂ ਨੇ। ਇੱਕ ਹੰਸਣੀ ਦੇ 100 ਬੱਚੇ ਨੇ ਮਾਰ ਕੇ ਖਾਧੇ ਸੀ। ਉਹਨਾਂ ਦੇ ਨੇ ਜਦੋਂ ਉਹ ਹੰਸਣੀ ਨੂੰ ਪਤਾ ਲੱਗਾ ਕਿਤੇ ਬਾਹਰ ਗਏ ਸੀ ਆਏ, ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਵੀ ਮਰ ਗਏ। ਤੇ ਮਰਦੇ ਹੋਏ ਉਹਨਾਂ ਦੀਆਂ ਆਤਮਾ ਨੇ ਸ਼ਰਾਪ ਦਿੱਤਾ ਕਿ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਵਿਯੋਗ ਵਿੱਚ ਮਰ ਰਹੇ ਹਾਂ, ਤੈਨੂੰ ਵੀ ਇਹ ਸ਼ਰਾਪ ਲੱਗੇ ਕਿ ਤੂੰ ਵੀ ਆਪਣੇ ਬੱਚਿਆਂ ਦੇ ਵਿਯੋਗ ਵਿੱਚ ਤੜਪ ਤੜਪ ਕੇ ਮਰੇ। ਕਰਮ ਵੇਖੋ ਕਿੰਨਾ ਸਮਾਂ ਪਹਿਲਾਂ ਕੀਤਾ, ਫਲ ਇੰਨਾ ਸਮਾਂ ਬਾਅਦ ਮਿਲ ਰਿਹਾ ਹੈ। ਜਿਵੇਂ ਕੁਦਰਤ ਦਾ ਵੀ ਨਿਯਮ ਹੈ
ਕਈ ਕਰਮਾਂ ਦਾ ਫਲ ਛੇਤੀ ਮਿਲਦਾ ਹੈ। ਕਈ ਬੀਜ ਐਸੇ ਨੇ ਉਹਨਾਂ ਦਾ ਫਲ ਛੇਤੀ ਮਿਲ ਜਾਂਦਾ ਹੈ। ਜਿਵੇਂ ਆਪਾਂ ਅੰਬ ਦਾ ਬੂਟਾ ਲਾਈਏ ਉਹ 5-7 ਸਾਲ ਬਾਅਦ ਫਲ ਦਿੰਦਾ ਹੈ। ਜਿਹੜਾ ਬਰੋਟਾ ਹੈ ਉਹ ਵੀ ਲੰਮੇ ਸਮੇਂ ਬਾਅਦ ਉਹਨੂੰ ਫਲ ਲੱਗਦਾ ਹੈ। ਪਰ ਜਿਵੇਂ ਆਪਾਂ ਕਣਕ ਬੀਜੀ ਹੈ, ਝੋਨਾ ਬੀਜਿਆ, ਛੇਤੀ ਤਿਆਰ ਹੋ ਜਾਂਦੇ। ਕਈ ਹੋਰ ਵੀ ਜਿਵੇਂ ਆਪਾਂ ਸਬਜ਼ੀਆਂ ਲਾਉਂਦੇ ਹਾਂ ਉਹ ਵੀ ਛੇਤੀ ਤਿਆਰ ਹੋ ਜਾਂਦੀਆਂ ਨੇ। ਕਈ ਬੀਜ ਫਲ ਛੇਤੀ ਦਿੰਦੇ ਨੇ, ਕਈ ਬੀਜ ਕਈ ਸਾਲਾਂ ਬਾਅਦ ਜਾ ਕੇ ਫਲ ਦਿੰਦੇ ਨੇ। ਇਸੇ ਤਰ੍ਹਾਂ ਸਾਡੇ ਕਈ ਕਰਮ ਐਸੇ ਨੇ ਉਹਨਾਂ ਦਾ ਫਲ ਕਈ ਵਾਰ ਸਾਨੂੰ ਨਾਲ ਦੀ ਨਾਲ ਹੀ ਮਿਲ ਜਾਂਦਾ ਹੈ। ਕਈ ਕਰਮ ਐਸੇ ਨੇ ਕਈ ਜਨਮਾਂ ਤੋਂ ਬਾਅਦ ਉਹਨਾਂ ਦਾ ਸਮਾਂ ਆਉਂਦਾ, ਕਿਉਂਕਿ ਕਰਮ ਹੀ ਇੰਨੇ ਕੁ ਕੀਤੇ ਨੇ ਅਤੇ ਉਹ ਕਰਮ ਦੇ ਆਉਂਦਿਆਂ ਆਉਂਦਿਆਂ ਸਮਾਂ ਲੱਗ ਜਾਂਦਾ ਹੈ। ਕਰਮ ਗਤੀ ਬਲਵਾਨ ਹੈ, ਭੋਗੇ ਬਿਨਾ ਭਾਗੇ ਨਹੀਂ, ਕਰਮ ਗਤੀ ਬਲਵਾਨ। ਮਹਾਰਾਜ 12 ਮਾਹ ਦੀ ਬਾਣੀ ਦੇ ਆਰੰਭ ਵਿੱਚ ਵੀ ਫਰਮਾਨ ਕੀਤਾ, ਰੱਬ ਨਾਲੋਂ ਅਸੀਂ ਵਿਛੜੇ ਕਿਉਂ ਹਾਂ। ਕਿਉਂਕਿ ਰੱਬ ਨੂੰ ਮਿਲਣ ਦੀ ਗੱਲ ਤੇ ਕੀਤੀ ਗਈ ਹੈ, ਪਰ ਰੱਬ ਨਾਲ ਵਿਛੜ ਕਿਉਂ ਗਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆਪਣੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਰੱਬ ਨਾਲੋਂ ਦੂਰ ਜਾਂਦੇ ਹਾਂ। ਜਦੋਂ ਬੱਚੇ ਦਾ ਜਨਮ ਹੁੰਦਾ ਰੱਬ ਤੋਂ ਦੂਰ ਨਹੀਂ ਹੁੰਦਾ, ਬੱਚਾ ਰੱਬ ਦੇ ਬੜਾ ਨੇੜੇ ਹੁੰਦਾ ਹੈ। ਪਰ ਸੰਸਾਰ ਦੇ ਵਿੱਚ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਸੰਸਾਰ ਦੇ ਕਰਮਾਂ ਦੀ ਮੈਲ ਲੱਗਦੀ ਗਈ, ਉਹ ਮੈਲਾ ਹੁੰਦਾ ਗਿਆ। ਰੱਬ ਕੀ ਹੈ? ਸੱਚ ਸਰੂਪ ਹੈ। ਬੱਚਾ ਸੱਚ ਬੋਲਦਾ ਹੈ। ਰੱਬ ਕੀ ਹੈ? ਰੱਬ ਦੇ ਅੰਦਰ ਕਿਸੇ ਨਾਲ ਵੈਰ ਨਹੀਂ ਹੈ, ਬੱਚੇ ਦੇ ਅੰਦਰ ਵੀ ਕਿਸੇ ਨਾਲ ਵੈਰ ਨਹੀਂ ਹੈ। ਰੱਬ ਦਾ ਰੂਪ ਹੈ ਬਿਲਕੁਲ, ਉਸ ਸਮੇਂ ਰੱਬ ਦੇ ਬਿਲਕੁਲ ਨੇੜੇ ਹੈ। ਉਹ ਜੋ ਉਹਨੇ ਬੋਲਣਾ ਉਹਨੇ ਸੱਚ ਬੋਲਣਾ। ਰੱਬ ਕਦੇ ਝੂਠ ਨਹੀਂ ਬੋਲਦਾ। ਬੱਚੇ ਨੂੰ ਆਪਾਂ ਝੂਠ ਬੋਲਣਾ ਕੀ, ਉਹ ਫਿਰ ਵੀ ਸੱਚ ਬੋਲ ਜਾਂਦਾ ਹੈ, ਕਿਉਂਕਿ ਜੋ ਸੰਸਾਰ ਦੇ ਕਰਮਾਂ ਵਿੱਚ ਪ੍ਰਵਿਰਤ ਨਹੀਂ ਹੈ। ਬੱਚਾ ਨਿਰਭਉ ਹੈ, ਬੱਚੇ ਨੂੰ ਡਰ ਵੀ ਲੱਗਦਾ। ਛੋਟਾ ਜਿਹਾ ਬੱਚਾ ਦੇਖੋ, ਉਹਦੇ ਸਾਹਮਣੇ ਸੱਪ ਵੀ ਆ ਰਿਹਾ, ਬੱਚਾ ਸੱਪ ਨੂੰ ਪਕੜਨਾ ਚਾਹੁੰਦਾ ਹੈ। ਮਹਾਰਾਜ ਨੇ ਬਾਣੀ ਵਿੱਚ ਆਖਿਆ, ਅਲਪ ਮਤ ਬਾਲਕ ਵਪਰੇ ਕੀ ਸਰਬ ਅਗਨ ਕਰ ਮੇਲ ਹੈ। ਉਹ ਸੱਪ ਨੂੰ ਵੀ ਪਕੜਨਾ ਚਾਹੁੰਦਾ, ਅੱਗ ਨੂੰ ਵੀ ਪਕੜਨਾ ਚਾਹੁੰਦਾ ਹੈ। ਬੱਚੇ ਦਾ ਅੰਦਰ ਬਿਲਕੁਲ ਰੱਬ ਦੇ ਅੰਦਰ ਦੀ ਤਰ੍ਹਾਂ ਹੈ, ਪਰ ਮੈਲਾ ਕਿਉਂ ਹੋ ਗਿਆ? ਕਿਰਤ ਕਰਮ ਕੇ ਵਿਛੜੇ। ਜਿਵੇਂ ਜੇ ਆਪਾਂ ਸੰਸਾਰ ਦੇ ਕਰਮ ਕੀਤੇ, ਇੱਕ ਝੂਠ ਬੋਲਿਆ, 2 ਝੂਠ, ਮਾੜੇ ਕਰਮ ਜਿਵੇਂ ਜਿਵੇਂ ਕਰਦੇ ਗਏ ਰੱਬ ਨਾਲੋਂ ਦੂਰ ਹੁੰਦੇ ਗਏ। ਆਪਣੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਰੱਬ ਤੋਂ ਦੂਰ ਹੋਏ ਹਾਂ। ਅਤੇ ਮਿਲਾਪ ਕਿਵੇਂ ਹੋਏਗਾ? ਉਹ ਵੀ ਸਾਡੇ ਕਰਮਾਂ ਕਰਕੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚੰਗੇ ਕਰਮ ਕਰਨ ਲੱਗ ਜਾਵੋ, ਅੰਮ੍ਰਿਤ ਵੇਲੇ ਉੱਠੋ, ਨਾਮ ਜਪਣ ਲੱਗ ਜਾਵੋ, ਰੱਬ ਦੇ ਨੇੜੇ ਹੋਣ ਲੱਗ ਜਾਵੋਗੇ। ਮਾੜੇ ਕਰਮ ਕਰਨ ਲੱਗ ਜਾਓ, ਰੱਬ ਤੋਂ ਦੂਰੀ ਹੋ ਜਾਂਦੀ ਹੈ। ਤੋ ਮਹਾਰਾਜ ਪੰਚਮ ਪਾਤਸ਼ਾਹ ਇੱਥੇ ਫਰਮਾਨ ਕਰ ਰਹੇ ਨੇ, ਫਿਰ ਕੁਝ ਨਹੀਂ ਹੋ ਸਕਦਾ, ਹੁਣ ਤੇਰੇ ਕੋਲ ਸਮਾਂ ਹੈ। ਹੁਣ ਸਮੇਂ ਨੂੰ ਸੰਭਾਲ ਲੈ, ਇਹ ਸਮੇਂ ਨੂੰ ਲੇਖੇ ਵਿੱਚ ਲਾ ਲੈ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਜਦੋਂ ਤੱਕ ਬੰਦਾ ਅਮਲੀ ਨਹੀਂ ਬਣਿਆ, ਉਹ ਨਸ਼ੇ ਨੂੰ ਛੱਡ ਸਕਦਾ ਹੈ, ਸੁਧਰ ਸਕਦਾ ਹੈ। ਪਰ ਜਦੋਂ ਪੱਕਾ ਅਮਲੀ ਹੋ ਜੇ ਨਾ, ਫਿਰ ਛੱਡਣਾ ਔਖਾ ਗੱਲ ਹੈ। ਫਿਰ ਤੇ ਉਹ ਸਿਵਿਆਂ ਤੱਕ ਨਾਲ ਹੀ ਨਸ਼ਾ ਜਾਂਦਾ ਉਹਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਅਜੇ ਤੇਰੇ ਕੋਲ ਸਮਾਂ, ਸੁਧਰ ਜਾ, ਆਪਣੇ ਜੀਵਨ ਨੂੰ ਸਵਾਰ ਲੈ। ਪਰ ਜਦੋਂ ਕਰਮਾਂ, ਮਾੜੇ ਕਰਮਾਂ ਵਿੱਚ ਪ੍ਰਵਿਰਤੀ ਹੋ ਗਿਆ, ਫਿਰ ਕੁਝ ਨਹੀਂ ਹੋ ਸਕਦਾ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡਿਆਂ ਭਾਗਾਂ ਨਾਲੋਂ ਮੇਰਾ ਪਰਮਾਤਮਾ ਮਿਲਦਾ ਹੈ, ਸਾਰੇ ਵਿਯੋਗ, ਸਾਰੇ ਦੁੱਖ, ਕਲੇਸ਼, ਰੋਗ ਨਿਵਰਤ ਹੋ ਜਾਂਦੇ ਨੇ। ਵੱਡੇ ਭਾਗ ਮਨੁੱਖ ਦੇ ਕਿਵੇਂ ਬਣਦੇ ਨੇ? ਜਦੋਂ ਮਨੁੱਖ ਸ਼ੁਭ ਕਰਮ ਕਰਨ ਲੱਗ ਜਾਵੇ ਨਾ, ਤਾਂ ਉਹਦੇ ਵੱਡੇ ਭਾਗ ਬਣਨ ਲੱਗ ਜਾਂਦੇ ਨੇ। ਉਹ ਵਡਭਾਗੀ ਹੋ ਜਾਂਦਾ ਹੈ। ਜਿਹੜਾ ਬੰਦਾ ਚੰਗਾ ਕਰਮ ਕਰੇ, ਆਪਾਂ ਕਹਿੰਦੇ ਬੰਦਾ ਬਹੁਤ ਵੱਡਿਆਂ ਭਾਗਾਂ ਵਾਲਾ ਹੈ। ਜਿਹੜਾ ਮਾੜੇ ਕਰਮ ਕਰੇ, ਆਪਾਂ ਕਹਿੰਦੇ ਹਾਂ ਪਾਪੀ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਚੰਗੇ ਕਰਮ ਕਰੀ ਜਾਂਦਾ ਫਿਰ ਇਹ ਰੱਬ ਦੇ ਨੇੜੇ ਹੋ ਜਾਂਦਾ ਹੈ। ਰੱਬ ਦੇ ਮਿਲਦਿਆਂ ਹੀ ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ। ਕਿਵੇਂ? ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਇੱਕ ਮਨੁੱਖ ਦਾ ਘਰ ਟੁੱਟਾ ਪਿਆ ਹੈ, ਬੁਰਾ ਹਾਲ ਹੈ ਘਰ ਦਾ, ਔਰ ਤਨ ਦੇ ਕੱਪੜੇ ਵੀ ਲੀਰੋ ਲੀਰ ਹੋਏ ਪਏ ਨੇ, ਪੈਰਾਂ ਦੇ ਵਿੱਚ ਜੁੱਤੀ ਵੀ ਨਹੀਂ, ਬੁਰੇ ਹਾਲ ਨੇ। ਘਰ ਦੇ ਵਿੱਚ ਰਾਸ਼ਨ ਵੀ ਨਹੀਂ ਹੈ, ਬੜੀ ਗਰੀਬੀ ਅੱਤ ਦੀ। ਪਰ ਉਹ ਮਨੁੱਖ ਨੂੰ ਕਿਤੋਂ ਅਚਾਨਕ ਬਹੁਤ ਸਾਰਾ ਧਨ ਮਿਲ ਜਾਵੇ। ਅਚਾਨਕ ਕੋਈ ਸੰਯੋਗ ਐਸਾ ਹੋ ਗਿਆ
ਉਹਨੂੰ ਬਹੁਤ ਸਾਰਾ ਧਨ ਮਿਲ ਗਿਆ, ਇੰਨਾ ਕੁ ਧਨ ਮਿਲ ਗਿਆ ਗਿਣਤੀ ਹੀ ਨਹੀਂ ਹੈ। ਇੱਕੋ ਧਨ ਦੇ ਮਿਲਦਿਆਂ ਸਾਰੇ ਦੁੱਖ ਦੂਰ ਹੋ ਗਏ। ਜਿੰਨੇ ਵੀ ਗਰੀਬੀ ਕਰਕੇ ਦੁੱਖ ਸੀ, ਘਰ ਵੀ ਟੁੱਟਾ ਪਿਆ ਸੀ, ਨਾ ਜੁੱਤੀ ਨਾ ਕੱਪੜਾ ਨਾ ਰਾਸ਼ਨ ਕੁਝ ਵੀ ਨਹੀਂ, ਇੱਕੋ ਧਨ ਘਰ ਵਿੱਚ ਆ ਗਿਆ। ਵਧੀਆ ਕੋਠੀ ਲੈ ਲਈ, ਵਧੀਆ ਗੱਡੀ ਲੈ ਲਈ, ਵਧੀਆ ਕੱਪੜੇ ਵੰਨ ਸਵੰਨੇ ਲੈ ਲਏ, ਘਰ ਵਿੱਚ ਵੰਨ ਸਵੰਨੇ ਪਦਾਰਥ ਆ ਗਏ ਇੱਕੋ ਧਨ ਦੇ ਆਉਣ ਨਾਲ। ਇਸੇ ਤਰ੍ਹਾਂ ਸਾਨੂੰ ਕਈ ਦੁੱਖ ਰੋਗ ਕਲੇਸ਼ ਕਿੰਨੇ ਚਿੰਬੜੇ ਹੋਏ ਨੇ, ਪਰ ਇੱਕ ਨਾਮ ਦਾ ਧਨ ਜਦੋਂ ਮਿਲ ਗਿਆ ਨਾ ਤੇ ਸਾਰੇ ਦੂਰ ਹੋ ਜਾਣਗੇ। ਇੱਕੋ ਧਨ ਦੇ ਆਉਂਦਿਆਂ ਸਾਰਾ ਕੁਝ ਹੀ ਦੂਰ ਹੋ ਜਾਵੇਗਾ। ਇਸੇ ਕਰਕੇ ਗੁਰਮੁਖ ਰੱਬ ਕੋਲੋਂ ਰੱਬ ਦਾ ਨਾਮ ਹੀ ਮੰਗਦੇ ਨੇ। ਹੁਣ ਜੇ ਕਿਸੇ ਬਾਦਸ਼ਾਹ ਦੇ ਕੋਲ ਜਾ ਕੇ ਕੋਈ ਆਖੇ ਮੈਨੂੰ ਕੋਠੀ ਦੇ ਦਿਓ ਜੀ, ਉਹ ਕਹਿੰਦਾ ਦੇ ਦਿੱਤੀ ਕੋਠੀ ਦੇ ਦਿੱਤੀ, ਪਰ ਅਜੇ ਤੇਰੇ ਕੋਲ ਧਨ ਨਹੀਂ। ਗਰੀਬੀ ਤਾਂ ਉਸੇ ਤਰ੍ਹਾਂ ਰਹੀ, ਨਾ ਕੱਪੜੇ ਨੇ ਚੰਗੇ, ਕੋਠੀ ਨੂੰ ਇਕੱਲੀ ਨੂੰ ਕੀ ਕਰੇਗਾ। ਕਿਸੇ ਨੇ ਜਾ ਕੇ ਗੱਡੀ ਮੰਗ ਲਈ, ਕਿਸੇ ਨੇ ਕੋਈ ਰਾਸ਼ਨ ਮੰਗ ਲਿਆ, ਘਰ ਟੁੱਟਾ ਪਿਆ, ਰਾਸ਼ਨ ਲਿਆ ਕੇ ਰੱਖਿਆ, ਮੀਂਹ ਪੈ ਗਿਆ, ਰਾਸ਼ਨ ਸਾਰਾ ਗਿੱਲਾ ਹੋ ਗਿਆ। ਇਸ ਕਰਕੇ ਬਾਦਸ਼ਾਹ ਕੋਲ ਜਾ ਕੇ ਕੀ ਮੰਗਣਾ ਹੈ ਵੀ ਕਿਰਪਾ ਕਰੋ ਤੁਸੀਂ ਮੈਨੂੰ ਧਨ ਹੀ ਦੇ ਦਿਓ ਇਕੱਠਾ ਹੀ, ਮੈਂ ਆਪੇ ਜੋ ਕੁਝ ਲੈਣਾ ਲੈ ਲਵਾਂਗਾ। ਇਸੇ ਤਰ੍ਹਾਂ ਗੁਰਮੁਖ ਰੱਬ ਕੋਲੋਂ ਨਾ ਧੀ ਮੰਗਦੇ, ਨਾ ਪੁੱਤ ਮੰਗਦੇ, ਨਾ ਕਾਰੋਬਾਰ ਮੰਗਦੇ, ਉਹ ਕਹਿੰਦੇ ਨਾਮ ਦੇ ਦੇ। ਕਿਉਂਕਿ ਜਦੋਂ ਨਾਮ ਮੰਗਿਆ ਨਾ ਫਿਰ ਇਹ ਪਰਿਵਾਰ ਇਹ ਸਾਰੀਆਂ ਦਾਤਾਂ ਆਪੇ ਹੀ ਆ ਜਾਂਦੀਆਂ ਨੇ। ਜਿੱਥੇ ਨਾਮ ਆ ਗਿਆ ਉੱਥੇ ਸਾਰਾ ਕੁਝ ਆਪਣੇ ਆਪ ਹੀ ਚੱਲ ਕੇ ਆ ਜਾਂਦਾ। ਜਿਵੇਂ ਇੱਕ ਧਨ ਦੇ ਆਉਣ ਨਾਲ ਤੁਸੀਂ ਦੁਨੀਆ ਦੀ ਹਰ ਇੱਕ ਵਸਤੂ ਲੈ ਸਕਦੇ ਹੋ, ਇਸੇ ਤਰ੍ਹਾਂ ਨਾਮ ਧਨ ਦੇ ਨਾਲ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਇੱਕੋ ਨਾਮ ਧਨ ਦੇ ਵਿੱਚ ਸਾਰਾ ਕੁਝ ਹੈ। ਜਦੋਂ ਮੇਰਾ ਰੱਬ ਮਿਲ ਗਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਵਿਯੋਗ ਦੁੱਖ ਰੋਗ ਦੂਰ ਹੋ ਗਏ। ਹੁਣ ਜੀਵ ਵੱਡਿਆਂ ਭਾਗਾਂ ਵਾਲਾ ਵੇਖੋ ਕਿਵੇਂ ਬਣ ਸਕਦਾ। ਇੱਕ ਤਾਂ ਹੱਥ 'ਤੇ ਹੱਥ ਧਰ ਕੇ ਬੈਠਾ ਰਹੇ ਕੋਈ ਧਨ ਦੇਣ ਆਵੇ। ਇੱਕ ਆਪਾਂ ਵੇਖਦੇ ਹਾਂ ਪਹਿਲਾਂ ਗਰੀਬ ਸੀ ਉਹ ਬੱਚਾ, ਉਹਨਾਂ ਦਾ ਕੋਈ ਪੜ੍ਹਾਈ ਕਰਦਾ ਰਿਹਾ, ਮਾਂ ਪਿਓ ਨੇ ਆਖਿਆ ਇਹਨੂੰ ਪੜ੍ਹਾਉਣਾ ਹੈ, ਬੱਚਾ ਪੜ੍ਹਦਾ ਰਿਹਾ, ਪੜ੍ਹ ਕੇ ਅਫਸਰ ਬਣ ਗਿਆ, ਗਰੀਬੀ ਚੱਕੀ ਗਈ। ਜਾਂ ਕਿਸੇ ਨੇ ਕੋਈ ਕਲਾ ਸਿੱਖ ਲਈ, ਕਿਸੇ ਨੇ ਸੰਗੀਤ ਕਲਾ ਸਿੱਖ ਲਈ, ਕਿਸੇ ਨੇ ਕੋਈ ਹੋਰ ਕਲਾ ਸਿੱਖ ਲਈ, ਤਾਂ ਉਹਦੇ ਵੱਡੇ ਭਾਗ ਬਣ ਗਏ। ਇਸੇ ਤਰ੍ਹਾਂ ਆਪਾਂ ਕੋਈ ਸੇਵਾ ਕਰੀਏ, ਕੋਈ ਸਿਮਰਨ ਕਰੀਏ, ਕੋਈ ਬੰਦਗੀ ਕਰੀਏ ਤੇ ਅਮੀਰ ਹੋ ਜਾਵਾਂਗੇ ਬੰਦਗੀ ਦੇ ਨਾਲ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਆਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਿਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋੜ ਨਾ ਆਵੈ ਬਦਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਆਪਾਂ ਬਾਣੀ ਦੇ ਨੇੜੇ ਹੋਈਏ, ਨਾਮ ਦੇ ਨੇੜੇ ਹੋਈਏ। ਜਿਵੇਂ ਬਾਣੀ ਦੇ ਨੇੜੇ ਹੁੰਦੇ ਜਾਵਾਂਗੇ ਸਾਡੇ ਘਰ ਵਿੱਚੋਂ ਹਿਰਦੇ ਦੇ ਵਿੱਚੋਂ ਕਲੇਸ਼ ਦੁੱਖ ਰੋਗ ਗਰੀਬੀ ਦਲਿੱਦਰਤਾ ਸੰਸਾਰਕ ਘਰ ਦੇ ਵਿੱਚੋਂ ਵੀ ਖਤਮ ਹੋਵੇਗੀ, ਔਰ ਇਸ ਹਿਰਦੇ ਰੂਪੀ ਘਰ ਦੇ ਵਿੱਚੋਂ ਵੀ ਕਲੇਸ਼ ਨਿਵਰਤ ਹੋ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਇਸ ਕਰਕੇ ਗੁਰਮੁਖ ਸਦਾ ਵਾਹਿਗੁਰੂ ਦਾ ਲੜ ਪਕੜ ਕੇ ਰੱਖਦੇ ਨੇ, ਇਹੀ ਅਰਦਾਸ ਕਰਦੇ ਨੇ, ਹੇ ਮੇਰੇ ਮਾਲਕ ਕਿਰਪਾ ਕਰ, ਜਿਉਂ ਭਾਵੈ ਤਿਉਂ ਰਾਖ ਲੈ। ਬਾਦਸ਼ਾਹ ਦੇ ਕੋਲ ਜਾ ਕੇ ਕੋਈ ਪੁਕਾਰ ਕਰ ਰਿਹਾ ਹੈ ਵਾਰ-ਵਾਰ ਕਿ ਕਿਰਪਾ ਕਰੋ, ਮੈਂ ਤੁਹਾਡੀ ਰਿਆਇਆ ਹਾਂ ਤੇ ਮੇਰੇ ਘਰ ਵਿੱਚ ਬੜੀ ਦਲਿੱਦਰਤਾ ਬੜੀ ਗਰੀਬੀ ਹੈ, ਤੁਸੀਂ ਕੋਈ ਕਿਰਪਾ ਕਰੋ। ਤਾਂ ਬਾਦਸ਼ਾਹ ਹੋ ਸਕਦਾ ਪ੍ਰਸੰਨ ਹੋ ਕੇ ਕੋਈ ਨੌਕਰੀ ਦੇਵੇ, ਕਿਸੇ ਪਿੰਡ ਦਾ ਹੀ ਰਾਜ ਦੇ ਜੇ, ਜਾਂ ਫਲਾਣਾ ਪਿੰਡ ਤੇਰੇ ਨਾਂ ਕਰ ਦਿੱਤਾ, ਕੁਝ ਵੀ ਦੇ ਸਕਦਾ ਹੈ। ਇਸੇ ਤਰ੍ਹਾਂ ਆਪਾਂ ਗੁਰੂ ਦੇ ਕੋਲ ਆ ਕੇ ਪੁਕਾਰ ਕਰੀਏ, ਕਮ ਸੇ ਕਮ ਇਹਨਾਂ ਤਾਂ ਕਰ ਸਕਦੇ ਹਾਂ, ਅਰਦਾਸ ਤਾਂ ਕਰ ਸਕਦੇ ਹਾਂ। ਉੱਠਦਿਆਂ ਬਹਿੰਦਿਆਂ ਗੁਰੂ ਦੇ ਕੋਲ ਅਰਦਾਸ ਕਰੀ ਚੱਲੀਏ, ਮਹਾਰਾਜ ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਅਰਦਾਸ ਤੇ ਕਰ ਸਕਦੇ ਹਾਂ। ਉੱਠਦਿਆਂ ਬਹਿੰਦਿਆਂ ਗੁਰੂ ਕੋਲ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਮੇਰੇ ਦੁੱਖ ਮੇਰੇ ਰੋਗ ਮੇਰੇ ਕਲੇਸ਼ਾਂ ਨੂੰ ਹਰ ਲਵੋ, ਮੇਰੇ 'ਤੇ ਕਿਰਪਾ ਕਰੋ। ਗੁਰੂ ਜ਼ਰੂਰ ਸੁਣਦਾ ਹੈ ਜਦੋਂ ਕੋਈ ਅੰਦਰੋਂ ਅਰਦਾਸ ਕਰਦਾ ਹੈ ਨਾ, ਪੁਕਾਰ ਕਰਦਾ ਹੈ।
ਭਗਤ ਕਬੀਰ ਸਾਹਿਬ ਕਹਿੰਦੇ ਇਸੇ ਕਰਕੇ ਤੁਸੀਂ ਦਿਨ ਰਾਤ ਕਰੀ ਚਲੋ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੈ ਪੁਕਾਰ। ਕਦੇ ਨਾ ਕਦੇ ਪੁਕਾਰ ਜ਼ਰੂਰ ਸੁਣੀ ਜਾਵੇਗੀ, ਪੁਕਾਰੀ ਚੱਲੋ ਉਸ ਦੇ ਅੱਗੇ। ਤਾਂ ਗੁਰਮੁਖ ਇਹੀ ਅਰਦਾਸ ਕਰਦੇ ਨੇ, ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੰਧਨਾਂ ਤੋਂ ਛੁਟਕਾਰਾ ਕਰਾਉਣ ਵਾਲੇ, ਬੰਧਨਾਂ ਦਾ ਨਾਸ਼ ਕਰਨ ਵਾਲੇ ਮਾਲਕ ਵਾਹਿਗੁਰੂ ਕਿਰਪਾ ਕਰ, ਮੈਨੂੰ ਆਪਣੀ ਸ਼ਰਨ ਵਿੱਚ ਰੱਖ। ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ। ਤੇ ਅਖੀਰ ਵਿੱਚ ਮਹਾਰਾਜ ਕਹਿੰਦੇ ਭਾਈ ਇੱਕ ਕੰਮ ਕਰਿਆ ਕਰੋ, ਰੱਬ ਦੇ ਪਿਆਰਿਆਂ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਿਆ ਕਰੋ। ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਮਿਲ ਜਾਵੇ, ਸਾਰੇ ਫਿਕਰ, ਸਾਰੀਆਂ ਸੋਚਾਂ, ਸਾਰੀਆਂ ਚਿੰਤਾਵਾਂ ਨਾਸ਼ ਹੋ ਜਾਂਦੀਆਂ ਨੇ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਆਪਣੀਆਂ ਵਾਰਾਂ ਦੇ ਵਿੱਚ ਇੱਕ ਗਣਕਾ ਪਾਪਣ ਹੋਈ ਹੈ, ਬੇਸ਼ਵਾ ਸੀ, ਸਾਰਾ ਜੀਵਨ ਪਾਪਾਂ ਦੇ ਵਿੱਚ ਲੰਘਿਆ। ਪਰ ਕਿਤੇ ਕੁਦਰਤੀ ਰੱਬ ਦਾ ਪਿਆਰਾ ਕੋਈ ਸਾਧੂ ਮਹਾਤਮਾ ਆ ਗਿਆ। ਮੀਂਹ ਪੈ ਰਿਹਾ ਸੀ ਬਹੁਤ, ਤੇ ਸਰਦੀ ਦੀ ਰੁੱਤ ਸੀ। ਉਸ ਮੀਂਹ ਤੋਂ ਬਚਣ ਵਾਸਤੇ ਉਹ ਵੇਸ਼ਵਾ ਦਾ ਜਿਹੜਾ ਘਰ ਸੀ ਉਹਦੇ ਬਰਾਮਦੇ ਵਿੱਚ ਆ ਕੇ ਖੜ ਗਿਆ। ਵੇਸ਼ਵਾ ਵੇਖ ਰਹੀ ਹੈ ਕੋਈ ਮਹਾਤਮਾ ਹੱਥ ਵਿੱਚ ਤੋਤਾ ਪਕੜਿਆ ਪਿੰਜਰੇ ਵਿੱਚ, ਅੱਜ ਮੇਰੇ ਘਰ ਦਾ ਓਟ ਆਸਰਾ ਲਿਆ ਤੇ ਥੱਲੇ ਆ ਗਈ। ਆ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਮੀਂਹ ਬਹੁਤ ਪੈ ਰਿਹਾ, ਸਰਦੀ ਹੈ, ਮੇਰੇ ਘਰ ਅੰਦਰ ਚਲੋ। ਅੰਗੀਠਾ ਬਾਲਤਾ, ਅੰਦਰ ਲੈ ਜਾ ਕੇ ਸੇਵਾ ਕੀਤੀ, ਸੁੱਕੇ ਬਸਤਰ ਪਾਉਣ ਵਾਸਤੇ ਦਿੱਤੇ। ਤੇ ਮਹਾਤਮਾ ਨੇ ਪੁੱਛਿਆ ਤੇਰਾ ਨੇਮ ਕੀ ਹੈ? ਉਹ ਕਹਿੰਦੀ ਮੇਰਾ ਤਾਂ ਜੀਵਨ ਸਾਰਾ ਨਰਕ ਬਣਿਆ ਪਿਆ ਹੈ, ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ ਨੇ, ਮੇਰਾ ਤੇ ਕਰਮ ਇਹ ਹੈ। ਪਰ ਹੁਣ ਮੈਂ ਚਾਹੁੰਦੀ ਹਾਂ, ਕਿਉਂਕਿ ਬੰਦਗੀ ਵਾਲੇ ਮਹਾਂਪੁਰਸ਼ ਸੀ, ਕਹਿੰਦੇ ਵੀ ਮੈਂ ਹੁਣ ਚਾਹੁੰਦੀ ਹਾਂ ਮੇਰਾ ਜੀਵਨ ਸਫਲ ਕਿਵੇਂ ਹੋਵੇ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੋਂ ਦਿੱਤੋ ਤੋਤਾ। ਤੋਤਾ ਦੇਤਾ ਕਹਿੰਦੇ, ਕਿਉਂਕਿ ਜੁਗਤੀ ਹੁੰਦੀ ਹੈ ਰੱਬ ਦੇ ਪਿਆਰਿਆਂ ਕੋਲੋਂ। ਕਹਿੰਦੇ ਇੱਦਾਂ ਕਰ, ਇਸ ਤੋਤੇ ਨੂੰ ਰੋਜ਼ ਆਪਣੇ ਘਰ ਅੰਮ੍ਰਿਤ ਵੇਲੇ ਉਠਾ ਕੇ ਤੇ ਇਹਨੂੰ ਰਾਮ ਰਾਮ ਪੜ੍ਹਾਇਆ ਕਰੀ, ਇਹਨੂੰ ਚੂਰੀ ਖਵਾਇਆ ਕਰੀ, ਇਹ ਤੋਤੇ ਦੁਆਰਾ ਹੀ ਤੇਰਾ ਉਧਾਰ ਹੋਵੇਗਾ। ਲਿਵ ਲਾਗੀ ਤਿਸ ਤੋਤਿਓਂ ਨਿਤ ਪੜ੍ਹਾਏ ਕਰੈ ਅਸੋਤਾ। ਰੋਜ਼ ਬੜੀ ਲਗਨ ਨਾਲ ਮਾੜੇ ਕਰਮ ਛੱਡ ਤੇ ਉਸ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਅੰਮ੍ਰਿਤ ਵੇਲੇ, ਚੂਰੀ ਖਵਾਉਂਦੀ ਦਿਨੇ ਵੀ। ਤੇ ਸਮਾਂ ਆ ਗਿਆ, ਇੱਕ ਦਿਨ ਉਹਦੀ ਲਿਵ ਲੱਗੀ ਐਸੀ, ਪਰਮਾਤਮਾ ਨੇ ਕਿਰਪਾ ਕੀਤੀ, ਉਹਦਾ ਭਲਾ ਹੋਇਆ, ਕਿਉਂਕਿ ਇੱਕ ਮਹਾਤਮਾ ਦੇ ਬਚਨਾਂ ਦਾ ਅਸਰ ਹੋ ਗਿਆ। ਮਹਾਰਾਜ ਕਹਿੰਦੇ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ। ਮਹਾਤਮਾ ਦਾ, ਰੱਬ ਦੇ ਪਿਆਰੇ ਦਾ ਜਿਹੜਾ ਸੰਗ ਹੈ ਉਹ ਸਾਰੀਆਂ ਚਿੰਤਾਵਾਂ ਨੂੰ ਨਾਸ਼ ਕਰ ਦਿੰਦਾ, ਕਿਉਂਕਿ ਉਹ ਸਾਨੂੰ ਜੁਗਤੀ ਦੱਸ ਦਿੰਦੇ ਨੇ ਨਾਮ ਨਾਲ ਜੁੜਨ ਦੀ, ਬਾਣੀ ਨਾਲ ਜੁੜਨ ਦੀ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਗੁਰਮੁਖਾਂ ਦੀ ਸੰਗਤ ਕਰੀਏ, ਅੰਮ੍ਰਿਤ ਵੇਲੇ ਨੂੰ ਸੰਭਾਲੀਏ ਤਾਂ ਜੋ ਸਾਡਾ ਜੀਵਨ ਸਫਲ ਹੋ ਜਾਵੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।